स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਆਸਰਾਂ ਦੀਆਂ ਆਸਾਂ ਸਿਰੇ ਨਾ ਚੜ ਸਕੀਆਂ ਤੇ ਜੱਜ ਸਾਹਿਬ ਨੇ ਫੈਸਲਾ ਸੁਣਾ ਦਿੱਤਾ ਤਾਂ ਉਮਰ ਕੈਦ ਦਾ। ਔਰ ਵੱਡੀ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਦਾ ਵਿਸ਼ਵਾਸ ਕਾਨੂੰਨ ਤੋਂ ਡਗਮਗਾਇਆ ਸੀ, ਸਾਡੇ ਪੈਨਲ ਤੇ ਅਕਸਰ ਹੀ ਅਸੀਂ ਗੱਲਾਂ ਕਰਦੇ ਰਹਿੰਦੇ ਸੀਗੇ ਕਿ ਦੇਸ਼ ਦੇ ਵਿੱਚ ਦੋ ਤਰ੍ਹਾਂ ਦੇ ਕਾਨੂੰਨ ਹੁੰਦੇ ਨੇ, ਉੱਚ ਸ਼ਕਤੀਆਂ ਲਈ ਕੁਝ ਹੋਰ ਤੇ ਆਮ ਲੋਕਾਂ ਲਈ ਕੁਝ ਹੋਰ। ਪਰ ਜਦੋਂ ਅਜਿਹੇ ਕੋਈ ਫੈਸਲੇ ਆਉਂਦੇ ਨੇ ਤਾਂ ਇੱਕ ਵਾਰ ਜ਼ਰੂਰ ਵਿਸ਼ਵਾਸ ਦੁਬਾਰਾ ਪੈਦਾ ਹੁੰਦਾ ਹੈ ਕਾਨੂੰਨ ਦੇ ਉੱਤੇ, ਅਦਾਲਤਾਂ ਦੇ ਉੱਪਰ ਕਿ ਹਾਂ ਇਨਸਾਫ ਹਲੇ ਬਾਕੀ ਹੈ। ਪਰ ਕਈ ਮਾਮਲੇ ਅਜਿਹੇ ਨੇ ਜਿੱਥੇ ਇਨਸਾਫ ਹੋਣਾ ਹਲੇ ਬਾਕੀ ਹੈ। ਅਜਿਹੇ ਮਾਮਲਿਆਂ ਦੇ ਵਿੱਚ ਜਿੱਥੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਇੱਕ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਵੇਂ ਲੋਕ ਇਹਨਾਂ ਦੇ ਨਾਲ ਜੁੜ ਜਾਂਦੇ ਨੇ, ਅਜਿਹੇ ਲੋਕਾਂ ਦੇ ਨਾਲ ਜਿਨ੍ਹਾਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋਈ ਹੈ। ਔਰ ਉਸ ਤੋਂ ਵੀ ਵੱਡੀ ਗੱਲ ਤੇ ਦੁੱਖ ਵਾਲੀ ਗੱਲ ਮੈਂ ਇਹ ਕਹਾਂਗਾ ਕਿ ਹਲੇ ਵੀ ਲੋਕ ਇੰਨੇ ਅੰਧ ਵਿਸ਼ਵਾਸੀ ਨੇ, ਇਹਨਾਂ ਨੂੰ ਸਜ਼ਾ ਹੋਣ ਦੇ ਬਾਵਜੂਦ, ਨਾ ਸਿਰਫ ਆਸਾਰਾਮ ਦੀ ਗੱਲ ਕਰ ਰਹੇ ਹਾਂ, ਹੋਰ ਬਾਬੇ ਵੀ ਜਿਨ੍ਹਾਂ ਨੂੰ ਸਖਤ ਸਜ਼ਾਵਾਂ ਹੋਈਆਂ ਨੇ, ਉਸ ਦੇ ਬਾਵਜੂਦ ਉਹਨਾਂ ਦੇ ਡੇਰਿਆਂ ਤੇ ਭੀੜ ਘੱਟ ਨਹੀਂ ਹੋ ਰਹੀ। ਉਸ ਦਾ ਕੀ ਕਾਰਨ ਹੈ, ਇਸੇ ਤੇ ਵੀ ਚਰਚਾ ਕਰਾਂਗੇ। ਖਾਸ ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਜਾਣ ਪਛਾਣ ਫਿਰ ਅੱਗੇ ਵਧਦੇ ਹਾਂ। ਅਮਰਦੀਪ ਸਿੰਘ ਧਾਰਨੀ ਸਾਹਿਬ ਸੀਨੀਅਰ ਵਕੀਲ ਨੇ, ਪ੍ਰੋਫੈਸਰ ਮਨਜੀਤ ਸਿੰਘ ਜੀ ਸਿਆਸੀ ਮਾਹਰ ਨੇ, ਸੁਰਿੰਦਰ ਧੀਮਾਨ ਸਾਹਿਬ ਸੀਨੀਅਰ ਪੱਤਰਕਾਰ ਨੇ, ਵਿਜੇ ਸਿੰਘ ਭਾਰਦਵਾਜ ਸਾਬਕਾ ਬੁਲਾਰ ਨੇ ਵਿਸ਼ਵ ਹਿੰਦੂ ਪਰਿਸ਼ਦ ਦੇ, ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਪ੍ਰਧਾਨ ਨੇ AISSF ਦੇ। ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਔਰ ਵੱਡੀ ਗੱਲ ਜਿਹੜੀ ਹੈ, ਮੈਂ ਧਾਰਨੀ ਸਾਹਿਬ ਸ਼ੁਰੂਆਤ ਤੁਹਾਡੇ ਤੋਂ ਕਰਾਂਗਾ। ਅਕਸਰ ਹੀ ਤੁਹਾਨੂੰ ਯਾਦ ਹੋਏਗਾ ਸੀ ਅਜੇ ਪਰਸੋਂ ਹੀ ਇੱਕ ਡਿਬੇਟ ਕਰਕੇ ਹਟੇ ਹਾਂ, ਜਿਹੜਾ ਸਵਾਲ ਸੁਪਰੀਮ ਕੋਰਟ ਨੇ ਦਸਤਾਰ ਸੰਬੰਧੀ ਪੁੱਛਿਆ ਸੀ। ਉਦੋਂ ਅਸੀਂ ਕਿਹਾ ਸੀ ਕਿ ਮਨ ਦੇ ਵਿੱਚ ਕਈ ਵਾਰ ਬੜੇ ਸ਼ੰਕੇ ਆ ਜਾਂਦੇ ਨੇ ਜੱਜ ਸਾਹਿਬਾਨਾਂ ਲਈ ਵੀ ਜਾਂ ਅਦਾਲਤਾਂ ਲਈ ਵੀ। ਜਦੋਂ 84 ਦੇ ਕਤਲੇਆਮ ਦੀ ਸੀ ਗੱਲ ਕਰਦੇ ਹਾਂ ਕਿ ਇਨਸਾਫ ਨਹੀਂ ਹੋਇਆ, ਹੋਰ ਬੜੇ ਮਾਮਲੇ ਨੇ ਇਨਸਾਫ ਨਹੀਂ ਹੋਇਆ। ਪਰ ਜਦੋਂ ਅਜਿਹੇ ਮਾਮਲੇ ਸਾਡੇ ਸਾਹਮਣੇ ਆਉਂਦੇ ਨੇ ਜਿਹਦੇ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਇਨਸਾਫ ਕੀਤਾ ਜਾਂਦਾ ਹੈ, ਉਮਰ ਕੈਦ ਦੀ ਸਜ਼ਾ ਆਸਾਰਾਮ ਦੀ ਹੋਈ ਹੈ ਔਰ ਇਸ ਸਜ਼ਾ ਦੇ ਪਿੱਛੇ ਇੱਕ ਲੰਬੀ ਕਹਾਣੀ ਰਹੀ ਹੈ, ਜਦੋਜਹਿਦ ਰਹੀ ਹੈ, ਤਸ਼ੱਦਦ ਰਿਹਾ, ਇਹਨਾਂ ਸਾਰੀਆਂ ਤੰਦਾਂ ਦੇ ਬਾਵਜੂਦ ਆਖਿਰਕਾਰ ਮਾਮਲਾ ਆਪਣੇ ਅੰਜਾਮ ਤੱਕ ਪਹੁੰਚਿਆ ਔਰ ਫੈਸਲਾ ਹੋਇਆ। ਤੁਹਾਨੂੰ ਲੱਗਦਾ ਹੈ ਕਿ ਇਹ ਕਾਨੂੰਨ ਦੀ ਵੀ ਜਿੱਤ ਹੈ, ਸੱਚਾਈ ਦੀ ਜਿੱਤ ਹੈ? देखो बिल्कुल मैं पहला भी एक गल कहना है कि कानून है जिहड़ा वो खत्म नहीं होया, पर किसी ना किसी हद तक प्रभावित जरूर हैगा। चाहे वो मतलब पोलिटिकल बंदियां ने कीता वा हैगा, चाहे वो आम अमीर लोगों ने कीता वा हैगा। देखो ना हुण तुसीं ये गल कीती है कि ये प्रभावित किते है या नहीं। पिछले दिनों दे विच तुहानूं याद होऊगा आपां सिद्धू साहब वाले केस ते भी डिबेट करते रहे हैं। बिल्कुल देखो 30 साल एक इंसान लई कढ़ दिते गए हैं और इंसाफ जिहड़ा जिन्हां दा बंदा मरिया उन्हां नूं अज तक नहीं मिलिया हैगा। जे आपां हुण अज दे केस दे विच, क्योंकि ये लाइमलाइट केस सी, पोलिटिकली मोटिवेटेड केस सी और एक क्योंकि पिछले टाइम दे विच जिहड़ा हैगा सरसे वाले दा केस होण करके ਇਹ ਕਿਤੇ ਨਾ ਕਿਤੇ ਜੱਜਾਂ ਦੇ ਵਿੱਚ ਵੀ ਇੱਕ ਪ੍ਰਭਾਵਿਤ ਚੱਲ ਰਿਹਾ ਸੀ, ਕੰਮ ਚੱਲ ਰਿਹਾ ਸੀ, ਜਿਹਦੇ ਕਰਕੇ ਇਹ ਜਿਹੜਾ ਸਾਰਾ ਕੁਝ ਹੋਇਆ। ਮੈਂ ਦੇਖੋ ਕਿਸੇ ਚੀਜ਼ ਦਾ ਅੰਤ ਨਹੀਂ ਹੋ ਜਾਂਦਾ। ਜੁਡੀਸ਼ਰੀ ਦੇ ਵਿੱਚ ਬਹੁਤ ਸਾਰੇ ਅੱਛੇ ਜੱਜਸ ਵੀ ਹੈਗੇ ਆ ਔਰ ਕੋਈ ਐਸੇ ਵੀ ਹੈਗੇ ਆ ਜਿਹੜੇ ਕਿਸੇ ਨਾ ਕਿਸੇ ਪ੍ਰਭਾਵ ਦੇ ਥੱਲੇ ਆ ਕੇ ਇਸ ਤਰ੍ਹਾਂ ਦੇ ਫੈਸਲੇ ਕਰ ਜਾਂਦੇ ਆ। ਆਪਾਂ ਇੱਕ ਕੇਸ ਨੂੰ ਦੇਖ ਕੇ ਆਪਾਂ ਇੰਨੀ ਛੇਤੀ ਵਿਊ ਨਾ ਬਣਾ ਲਈਏ ਕਿ ਸਾਰਾ ਕੁਝ ਠੀਕ ਹੋ ਰਿਹਾ ਜਾਂ ਸਾਰਾ ਕੁਝ ਗਲਤ ਹੋ ਰਿਹਾ। ਅੱਛਾ, ਪਰ ਇੱਕ ਗੱਲ ਧਾਰਨੀ ਸਾਹਿਬ, ਕਿ ਨਿਆਂਪਾਲਿਕਾ ਪ੍ਰਭਾਵਿਤ ਹੁੰਦੀ ਹੈ ਨਾ ਚੀਜ਼ਾਂ ਤੋਂ। ਡੇਰਾ ਸਿਰਸਾ ਨੂੰ ਸਜ਼ਾ ਹੋਈ ਤਾਂ ਉਸ ਦਾ ਪ੍ਰਭਾਵ ਇਸ ਜੱਜ ਤੇ ਵੀ ਪਿਆ ਕਿ ਜੇ ਸਿਰਸਾ ਵਾਲੇ ਬਾਬੇ ਨੂੰ ਸਜ਼ਾ ਹੋਈ ਹੈ ਤਾਂ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਉਸੇ ਤਰ੍ਹਾਂ ਦਾ ਸੰਗੀਨ ਅਪਰਾਧ ਆਸਾਰਾਮ ਨੇ ਵੀ ਕੀਤਾ, ਇਹਦਾ ਫੈਸਲਾ ਵੀ ਜਲਦ ਹੋਣਾ ਚਾਹੀਦਾ। ਪਰ ਫੈਸਲਾ ਹੁੰਦੇ ਹੁੰਦੇ ਵੀ 5 ਸਾਲ ਲੱਗ ਗਏ। ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਹੈ। ਦੇਖੋ ਇਹ ਬਿਲਕੁਲ ਹੁੰਦੀ ਹੈ। ਜਦੋਂ ਉਹ ਕੇਸ ਹੋਇਆ, ਉਸ ਕੇਸ ਤੋਂ ਬਾਅਦ ਤੁਸੀਂ ਸੋਸ਼ਲ ਮੀਡੀਆ ਤੇ ਉਸ ਜੱਜ ਨੂੰ ਇੱਕ ਵਾਰ ਰੱਬ ਦਾ ਰੁਤਬਾ ਦਿੱਤਾ ਔਰ ਰੱਬ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਗਿਆ। ਤੁਸੀਂ ਦੱਸੋ ਕਿ ਇੱਕ ਜੱਜ ਹੈ ਜਿਹੜਾ, ਉਸ ਦੀ ਡਿਊਟੀ ਹੈ ਨਾ ਹੀ ਉਹ ਕਿਸੇ ਲਈ ਚੰਗਾ ਹੋਣਾ ਜਾਂ ਮਾੜਾ ਹੋਣਾ, ਉਹਦੀ ਡਿਊਟੀ ਹੈਗੀ ਆ, ਉਹਨੇ ਆਪਣੀ ਡਿਊਟੀ ਨਿਭਾਉਣੀ ਆ। ਉਸ ਨੂੰ ਹਮੇਸ਼ਾ ਡਿਊਟੀ ਕਰਦੇ ਟਾਈਮ ਇਹ ਹੋਣਾ ਚਾਹੀਦਾ ਕਿ ਉਹਨੇ ਕਿਸੇ ਤੋਂ ਕ੍ਰੈਡਿਟ ਨਹੀਂ ਲੈਣਾ ਹੈਗਾ, ਉਹਨੇ ਜਸਟਿਸ ਕਰਨਾ। ਦੇਖੋ ਜਿੱਥੇ ਹੁਣ ਤੁਸੀਂ ਗੱਲ ਕਰ ਰਹੇ ਆ ਅਦਾਲਤਾਂ ਦੇ ਵਿੱਚ, ਜੋ ਮੈਂ ਪ੍ਰੈਕਟੀਕਲੀ ਦੇਖ ਰਿਹਾ, ਅੱਜ ਇੱਕ ਟਾਈਮ ਸੀ ਜਦੋਂ ਕਹਿੰਦੇ ਸੀ ਇਨਸਾਫ ਦਾ ਮੰਦਿਰ ਹੈ, ਇੱਕ ਮੂਰਤੀ ਰੱਖ ਦਿੱਤੀ ਜਾਂਦੀ ਸੀ, ਉਹਦੀਆਂ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਦਿੱਤੀ ਜਾਂਦੀ ਸੀ ਔਰ ਮੂਰਤੀ ਨੂੰ ਜਿਹੜਾ ਦਿਖਾਇਆ ਜਾਂਦਾ ਸੀ ਕਿ ਇਨਸਾਫ ਦਾ ਮੰਦਿਰ ਹੈ, ਇਨਸਾਫ ਹੁੰਦਾ ਉਰੇ। ਦੇਖੋ ਅੱਜ ਇਨਸਾਫ ਦੀ ਬਜਾਏ ਡਿਸੀਜ਼ਨਸ ਹੋ ਰਹੇ ਆ। ਮੈਂ ਇੱਕ ਵਾਰੀ ਹਾਈ ਕੋਰਟ ਚੀਫ ਜਸਟਿਸ ਦੀ ਮੀਟਿੰਗ ਦੇ ਵਿੱਚ ਵੀ ਇਹ ਲਫ਼ਜ਼ ਕਹਤੇ ਸੀ ਵੀ ਇਹ ਜਸਟਿਸ ਨਹੀਂ ਹੋ ਰਿਹਾ ਹੈਗਾ, ਡਿਸੀਜ਼ਨਸ ਹੋ ਰਹੇ ਆ। ਔਰ ਜੱਜਾਂ ਨੂੰ ਅੱਜ ਹਾਈ ਕੋਰਟ ਵੱਲੋਂ ਜਾਂ ਸੁਪਰੀਮ ਕੋਰਟ ਵੱਲੋਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ। ਉਹਨਾਂ ਨੂੰ ਕਿਹਾ ਜਾਂਦਾ ਕਿ ਇੰਨੇ ਯੂਨਿਟ ਬਣਾਓ,
ਅਦਰਵਾਈਜ਼ ਤੁਹਾਡੇ ਜਿਹੜਾ ਹੈਗਾ ਕੁਐਸਚਨ ਮਾਰਕ ਤੁਹਾਡੀ ਜੌਬ ਤੇ ਉੱਤੇ ਆਊਗਾ। ਫਿਰ ਉਹ ਉਸੇ ਹਿਸਾਬ ਦੇ ਨਾਲ ਉਹ ਵਕੀਲਾਂ ਨੂੰ ਪ੍ਰੈਸ਼ਰਾਈਜ਼ ਕਰਦੇ ਆ। ਇਹ ਕੇਸ ਹੈ ਜਿਹੜਾ ਤੁਸੀਂ ਇਹ ਦੇਖ ਰਹੇ ਆ, ਜਿਹੜਾ ਇਸ ਕੇਸ ਦੇ ਵਿੱਚ ਤੁਸੀਂ ਬਾਕੀ ਸਾਰਿਆਂ ਦੇ ਜਦੋਂ ਵਿਊ ਲੈ ਲਓਗੇ, ਮੈਂ ਤੁਹਾਨੂੰ ਦੱਸਦਾ ਕਿ ਇਸ ਕੇਸ ਦੇ ਵਿੱਚ ਹੋਇਆ ਕੀ ਹੈ। ਇਸ ਕੇਸ ਦੀ ਮੈਂ ਆਂਦਾ ਤੁਹਾਡੇ ਕੋਲ ਇੱਕ ਮਿੰਟ। ਪ੍ਰੋਫੈਸਰ ਮਨਜੀਤ ਸਿੰਘ ਜੀ, ਦੋਵੇਂ ਚੀਜ਼ਾਂ ਨਾਲ ਚੱਲਦੀਆਂ ਨੇ। ਕਈ ਵਾਰ ਇਹ ਹੁੰਦਾ ਕਿ ਜੇ ਆਮ ਲੋਕਾਂ ਦਾ ਕੋਈ ਮਾਮਲਾ ਹੈਗਾ ਤਾਂ ਸ਼ਾਇਦ ਉਹ ਇੰਨੀ ਰਫ਼ਤਾਰ ਨਾ ਫੜ ਪਾਵੇ, ਪਰ ਜਦੋਂ ਕੋਈ ਸੈਲੀਬ੍ਰਿਟੀ ਜਾਂ ਕੋਈ ਨਾਮਵਰ ਬੰਦਾ ਜੁੜ ਜਾਂਦਾ ਤਾਂ ਉਹਨਾਂ ਦਾ ਕੇਸ ਰਫ਼ਤਾਰ ਵੀ ਫੜ ਜਾਂਦਾ। ਆਸਾਰਾਮ ਦੇ ਮਾਮਲੇ 'ਚ ਤੁਹਾਨੂੰ ਅਜਿਹਾ ਹੋਇਆ ਜਾਪਦਾ ਕਿ ਨਹੀਂ ਜਾਪਦਾ? नहीं देखो रफ्तार तो 5 साल तो फिर भी लग गए हैं। तो मेरा ख्याल है कि ਜਿਹੜੇ ਇਹੋ ਜਿਹੇ ਖਾਸ ਕੇਸ ਆ ਉਹਦੇ ਲਈ ਖਾਸ ਕੋਰਟਾਂ ਜਾਂ ਖਾਸ ਧਿਆਨ ਤੇ ਦੇਣਾ ਚਾਹੀਦਾ। ਜੇ ਤੁਸੀਂ ਉਹਨੂੰ ਰੂਟੀਨ ਚ ਲਾਓਗੇ ਤੇ ਉਹ ਕਈ ਵਾਰੀ ਉਹਦਾ ਬਹੁਤ ਵੀ ਬੈਕਲੈਸ਼ ਵੀ ਹੋਣ ਦਾ ਕਈ ਕਿਸਮ ਦਾ ਡਰ ਹੁੰਦਾ ਆ। ਇਹ ਕੱਲਾ ਇਹ ਸਧਾਰਨ ਕੇਸ ਨਹੀਂ ਹੈ। ਅਸਲ ਵਿੱਚ ਤੇ ਇਹਨਾਂ ਦੇ ਪਿੱਛੇ ਦੇਖੋ ਪੋਲੀਟੀਕਲ ਬੰਦਿਆਂ ਦੇ ਪਿੱਛੇ ਵੀ ਫਾਲੋਅਰ ਹੁੰਦੇ ਆ, ਪਰ ਉਹ ਬਲਾਈਂਡ ਫਾਲੋਅਰ ਨਹੀਂ ਹੁੰਦੇ। ਹਾਂ, ਇੱਥੇ ਤੇ ਉਹ ਕਿਸਮ ਦੀ ਉਹਨਾਂ ਨੂੰ ਇਹ ਲੱਗਦਾ ਕਿ ਇਹੀ ਸਾਡੀ ਜਿੰਦ ਜਾਨ ਹੈ, ਤੇ ਜੇ ਇਹ ਨਹੀਂ ਹੈ ਤੇ ਸਾਡਾ ਕੋਈ ਜੀ ਇਹਦੇ ਬਗੈਰ ਜੀਵਨ ਹੀ ਨਹੀਂ। ਉਹ ਕਦੀ ਨਹੀਂ ਮੰਨਣ। ਉਹ ਬਲਾਈਂਡ ਫਾਲੋਅਰ ਜਿਹਨੂੰ ਕਹਿੰਦੇ ਆ। ਆਪਾਂ ਪੰਚਕੂਲੇ 'ਚ ਦੇਖਿਆ ਹੀ ਸੀਗਾ ਜਦੋਂ ਰਾਮ ਰਹੀਮ ਆਇਆ ਸੀ ਤੇ ਕਿਵੇਂ ਉਹਨਾਂ ਨੇ ਸਾਰਾ ਕੁਝ ਕੀਤਾ। ਇਸ ਕਰਕੇ ਇਹ ਛੇਤੀ ਤੇ ਨਹੀਂ ਮੈਂ ਇਹਨੂੰ ਕਹਿੰਦਾ, ਪਰ ਫਿਰ ਵੀ ਬਹੁਤ ਸਾਰੇ ਕੇਸ ਜਿਹੜੇ ਆ 30 ਸਾਲ 35 ਸਾਲ ਲੱਗ ਜਾਂਦੇ ਆ। ਸਧਾਰਨ ਜ਼ਮੀਨਾਂ ਦੇ ਕੇਸਾਂ ਦੇ ਵਿੱਚ ਕੁਝ ਵੀ ਨਹੀਂ ਹੁੰਦਾ, ਜਿਹਦੇ ਵਿੱਚ ਕੋਈ ਮਰਡਰ ਵੀ ਨਹੀਂ ਹੁੰਦਾ ਹੈਗਾ, ਉਹਨੂੰ ਫੈਸਲੇ ਹੁੰਦੇ ਆ ਇੰਨਾ ਚਿਰ ਲੱਗ ਜਾਂਦੇ। ਮੈਨੂੰ ਲੱਗਦਾ ਕਿ ਇਹ ਫਿਰ ਵੀ ਇੰਨਾ ਦੇਰ ਵਾਲਾ ਕੇਸ ਨਹੀਂ ਹੈ। ਪਰ ਇਹਦੇ ਨਾਲ ਹੀ ਹਰਪ੍ਰੀਤ ਜਿਹੜੀ ਅਸਲੀ ਗੱਲ ਜਿਹੜੀ ਆ, ਮੈਂ ਐਜ਼ ਏ ਸੋਸ਼ੀਓਲੋਜਿਸਟ ਦੇਖਦਾ ਆ ਕਿ ਇਸ ਤਰ੍ਹਾਂ ਕਿਵੇਂ ਚੱਲੂਗਾ। ਮਤਲਬ ਸਾਡੇ ਦੇਸ਼ ਦੇ ਵਿੱਚ ਰਾਜਨੀਤੀ ਜਿਹੜੀ ਮੁੱਖ ਮੈਨੂੰ ਜਿਹੜੀ ਚੀਜ਼ ਬੌਦਰ ਕਰ ਰਹੀ ਆ, ਉਹ ਪਹਿਲਾਂ ਦੇਖੋ ਉਹ ਮਸਲ ਪਾਵਰ ਵੀ ਲੈਂਦੇ ਸੀ, ਮਨੀ ਵੀ ਲੈਂਦੇ ਸੀ, ਜਿੱਥੋਂ ਵੀ ਮਨੀ ਮਿਲੇ, ਸਮਗਲਰਾਂ ਕੋਲ ਮਿਲਦਾ ਜਾਂ ਕਾਰਪੋਰੇਟਾਂ ਕੋਲ ਮਿਲਦਾ। ਫਿਰ ਹੁਣ ਬਾਬਿਆਂ ਵਾਲਾ ਵੀ ਜਿਹੜਾ ਸਪਿਰਿਚੁਅਲ ਕੈਪੀਟਲ ਆ ਉਹ ਵੀ ਤੇ ਬਹੁਤ ਸਾਰੀ ਜਗ੍ਹਾ ਤੇ ਇਹ ਹੋ ਗਿਆ ਕਿ ਉਹ ਪੋਲਿਟਿਕਸ 'ਚ ਸਿੱਧੇ ਹੀ ਆ ਗਏ। ਜਿਹੜੇ ਬੰਦੇ ਗੈਂਗਸਟਰ ਸੀਗੇ ਉਹ ਸਿੱਧੇ ਇਲੈਕਸ਼ਨਾਂ 'ਚ ਆ ਕੇ ਵਿੱਚ ਬੈਠ ਗਏ। ਇਸ ਤਰ੍ਹਾਂ ਹੀ ਬਹੁਤ ਸਾਰੇ ਬੰਦੇ ਜਿਹੜੇ ਪੈਸਾ ਦਿੰਦੇ ਸੀ ਉਹ ਜਾ ਕੇ ਉਹ ਵੀ ਵਿੱਚੇ ਬੈਠ ਕੇ ਵੀ ਇਹਨਾਂ ਨੂੰ ਪੈਸਾ ਜੋ ਦੇਣਾ ਅਸੀਂ ਆਪ ਹੀ ਕਰਦੇ ਹਾਂ। ਤੇ ਬਾਬੇ ਵੀ ਧੜ ਵਿੱਚ ਆ ਕੇ ਪੋਲਿਟਿਕਸ ਦੇ ਵਿੱਚ MP ਬਣ ਰਹੇ ਆ, MLA ਬਣ ਰਹੇ ਆ। ਇਹ ਕਿੱਧਰ ਨੂੰ ਜੇ ਦੇਸ਼ ਦੀ ਡੈਮੋਕ੍ਰੇਸੀ ਨੂੰ ਲੈ ਕੇ ਜਾਓ, ਮੈਨੂੰ ਚਿੰਤਾ ਇਸ ਗੱਲ ਦੀ ਲੱਗੀ ਹੋਈ। ਤੇ ਮਾਨ ਸਾਹਿਬ, ਬੜੇ ਸਾਰੇ ਮਾਮਲੇ ਅਜਿਹੇ ਤੁਸੀਂ ਵੇਖੇ ਹੋਣ ਨੇ। ਹਾਲ ਹੀ ਦੇ ਵਿੱਚ ਤੁਸੀਂ ਡੇਰਾ ਸਿਰਸਾ ਦਾ ਵੀ ਮਾਮਲਾ ਦੇਖਿਆ। ਮੈਂ ਉਦਾਹਰਨ ਵਜੋਂ ਇਹ ਤੁਹਾਡੇ ਤੋਂ ਜਾਣਨਾ ਚਾਹਨਾ ਕਿ ਜਦੋਂ ਅਜਿਹੇ ਮਾਮਲਿਆਂ ਦੇ ਵਿੱਚ ਸਜ਼ਾ ਹੋ ਜਾਂਦੀ ਹੈ, ਦੋਸ਼ੀ ਕਰਾਰ ਦੇ ਦਿੱਤਾ ਜਾਂਦਾ, ਜਿਹੜੇ ਭਗਤ ਹੁੰਦੇ ਨੇ ਉਹਨਾਂ ਦੀ ਭਗਤੀ ਤੇ ਕੋਈ ਅਸਰ ਪੈਂਦਾ ਕਿ ਨਹੀਂ ਪੈਂਦਾ? ਦੇਖੋ ਜਾਂ ਥੋੜਾ ਪੈਂਦਾ। ਸਿਰਸੇ ਵਾਲੇ ਮਾਮਲੇ 'ਚ ਤਾਂ ਮੈਂ ਦੇਖਿਆ ਬਹੁਤ ਬੰਦੇ ਉਹਨਾਂ ਦੇ ਹਟੇ ਨੇ ਪਿੱਛੇ ਫੈਸਲੇ ਆਉਣ ਤੋਂ ਬਾਅਦ, ਪਰ ਅਜੇ ਫਿਰ ਵੀ ਬਹੁਤ ਜਿਹੇ ਬੰਦੇ ਨੇ ਜਿਹੜੇ ਕਹਿੰਦੇ ਨੇ ਜੀ ਇਹ ਝੂਠਾ ਹੈ ਜੀ, ਉਹ ਐਵੇਂ ਪੋਲਿਟਿਕਸ ਦੇ ਨਾਲ ਹੋ ਗਿਆ ਜੀ, ਅਦਾਲਤ ਤੋਂ ਫੈਸਲਾ ਹੋ ਗਿਆ। ਉਹ 50-50 ਤੋਂ ਵੀ ਜ਼ਿਆਦਾ ਅਜੇ ਉਹਨਾਂ ਦੇ ਫਾਲੋਅਰ ਹੈਗੇ ਨੇ। ਪਰ ਬਹੁਤ ਸਾਰੇ ਬੰਦਿਆਂ ਨੇ ਉਹਨਾਂ ਦੀ ਜਿਹੜੀ ਫੋਟੋ ਆਪਣੇ ਘਰਾਂ ਰੱਖੀ ਸੀਗੀ। ਮੈਂ ਪਿਛਲੇ ਹਫਤੇ ਇੱਕ ਸੋਸ਼ਲ ਫੰਕਸ਼ਨ 'ਚ ਗਿਆ ਸੀਗਾ, ਉਹ 2 ਬੰਦੇ ਮੈਨੂੰ ਮਿਲੇ, ਉਹ ਕਹਿੰਦਾ ਜੀ ਮੈਂ ਅਸੀਂ ਤਾਂ ਉਹਨਾਂ ਦੀ ਫੋਟੋ ਵਗਾ ਕੇ ਮਾਰੀ। ਤੇ ਮਤਲਬ ਉਹਨਾਂ ਦੇ ਚੋਟ ਤੋਂ ਵੱਜੀ ਹੈ ਜਿਹੜੇ ਫਾਲੋਅਰ, ਪਰ ਉਹ ਸਾਰੀ ਨਹੀਂ ਵੱਜੀ। ਜਿਹੜੀ ਗੱਲ ਤੁਸੀਂ ਇੱਕ ਪੁੱਛੀ ਸੀਗੀ ਕਿ ਅਦਾਲਤੀ ਫੈਸਲੇ, ਮੈਂ ਕਹਿੰਦਾ ਜਿਹੜੇ ਚਾਹੇ ਰਾਮ ਰਹੀਮ ਦਾ ਫੈਸਲਾ ਹੋਵੇ, ਚਾਹੇ ਅੱਜ ਆਸਾਰਾਮ ਦਾ ਫੈਸਲਾ ਹੋਵੇ, ਜਿਹੜੇ ਵਿਕਟਿਮ ਨੇ ਉਹ ਸਟੈਂਡ ਕਰਦੇ ਰਹੇ ਆਖਿਰ ਤੱਕ। ਇਹ ਸਜ਼ਾ ਜਿਹੜੀ ਹੋਈ ਹੈ ਉਹਨਾਂ ਦੇ ਬਿਆਨ ਤੇ ਵਜ੍ਹਾ ਕਰਕੇ ਹੋਈ ਹੈ। ਰਾਮ ਰਹੀਮ ਮਾਨ ਸਾਹਿਬ, ਗੱਲ ਬੜੀ ਹਾਸੋਹੀਣੀ ਵੀ ਲੱਗਦੀ ਹੈ ਔਰ ਦੁਖਦਾਈ ਵੀ ਲੱਗਦੀ ਹੈ ਕਿ ਦੋਵੇਂ ਮਾਮਲਿਆਂ ਦੇ ਵਿੱਚ ਗੱਲ ਡੇਰਾ ਸਿਰਸਾ ਦੀ ਹੁੰਦੀ ਰਹੀ ਜਾਂ ਆਸਾਰਾਮ ਦੀ ਹੁੰਦੀ ਰਹੀ। ਜਿਹੜੀ ਦੂਜੀ ਧਿਰ ਹੈ, ਨਾ ਤਾਂ ਉਸ ਬਾਰੇ ਮੀਡੀਆ ਨੇ ਕੁਝ ਜ਼ਿਆਦਾ ਹਾਈਲਾਈਟ ਕੀਤਾ, ਨਾ ਆਮ ਧਿਰਾਂ ਦੇ ਵਿੱਚ ਗੱਲਬਾਤ ਹੋਈ, ਜਦਕਿ ਹਾਈਲਾਈਟ ਦੋਵੇਂ ਚੀਜ਼ਾਂ ਉਹ ਹੋਣੀਆਂ ਚਾਹੀਦੀਆਂ ਸੀ। ਇਹ ਜਿਹੜੇ ਜ਼ਿਆਦਾ ਰਸੂਖ ਰੱਖਣ ਵਾਲੇ ਲੋਕ ਨੇ, ਸਿਰਫ ਚਰਚਾ ਇਹਨਾਂ ਦੀ ਰਹੀ। ਜਿਨ੍ਹਾਂ ਦੇ ਕਾਰਨ ਇਨਸਾਫ ਹੋਇਆ ਉਹਨਾਂ ਦੀ ਕਿਤੇ ਗੱਲ ਹੀ ਨਹੀਂ ਆਉਂਦੀ। ਇਹੀ ਤਾਂ ਮਾਮਲਾ ਗੱਲ ਹੈ, ਜਿਹੜੀ ਗੱਲ ਆਪਾਂ ਵਿਚਾਰਨ ਵਾਲੀ ਹੈ। ਇਹਨਾਂ ਨੂੰ ਸਜ਼ਾ ਆਖਿਰ ਤੱਕ ਪਹੁੰਚਾਉਣ ਵਾਲੇ ਬੰਦੇ ਨੇ, ਉਹ ਜਿਹੜੀ ਵਿਕਟਿਮ ਸੀਗੀ ਉਹ ਨੇ। ਇਹ ਤੋਂ ਵਿਚਾਰੀ ਹੋਰ ਵੀ ਬਹੁਤ ਛੋਟੀ ਕੁੜੀ ਸੀਗੀ ਆਸਾਰਾਮ ਵਾਲੀ, ਤੇ ਜੱਜ ਨੇ ਆਪਣੇ ਫੈਸਲੇ 'ਚ ਲਿਖਿਆ ਜਿਹੜੀ ਉਮਰ ਕੈਦ ਹੋਈ ਹੈ ਨਾ, ਉਹ ਉਮਰ ਕਰਕੇ ਹੋਈ ਹੈ ਜਿਹੜਾ ਉਹਨੂੰ ਹੋਇਆ। ਤੇ ਉਹਨੂੰ ਪਰਿਵਾਰਾਂ ਤੇ ਕੀ ਬੀਤਦੀ ਹੈ ਉਹ ਤੁਸੀਂ ਅੱਜ ਅਖਬਾਰਾਂ ਰਾਹੀਂ ਵੀ ਨਾਲ ਪੜ੍ਹਿਆ ਹੋਣਾ। ਉਹਦੇ ਮਾਂ ਕਹਿੰਦੀ ਸੀਗੀ ਵੀ ਜੇ ਅੱਜ ਉਹਨੂੰ ਸਜ਼ਾ ਵੀ ਹੋ ਜਾਂਦੀ, ਉਮਰ ਕੈਦ ਵੀ ਸਜ਼ਾ ਹੁੰਦੀ ਹੈ, ਤੇ ਮੇਰਾ ਤਾਂ ਜਿਹੜਾ ਲੁੱਟ ਗਿਆ ਸੀਗਾ ਉਹ ਤਾਂ ਵਾਪਸ ਨਹੀਂ ਸੀ ਹੋ ਸਕਦਾ। ਤੇ ਅਦਾਲਤਾਂ ਤੇ ਜਿਹੜਾ ਵਿਸ਼ਵਾਸ ਤੁਸੀਂ ਓਪਨਿੰਗ 'ਚ ਰਿਮਾਰਕਸ ਕਿਹਾ ਸੀਗਾ, ਜਿਹੜੇ ਵਿਕਟਿਮ ਨੇ ਉਹ ਆਖਿਰ ਤੱਕ ਸਟੈਂਡ ਕਰਨ ਤਾਂ ਹੀ ਇਹੋ ਜਿਹੇ ਬੰਦੇ ਸਜ਼ਾ ਪਾ ਸਕਦੇ ਨੇ ਅਦਾਲਤਾਂ ਤੋਂ। ਨਹੀਂ ਤਾਂ ਤੁਸੀਂ ਕਾਮਨਵੈਲਥ ਗੇਮ ਦਾ ਕੇਸ ਦੇਖਿਆ ਹੋਣਾ, CBI ਦਾ ਜੱਜ ਕਹਿੰਦਾ ਸੀਗਾ ਕਿ ਮੈਂ ਸਵੇਰੇ ਆਉਂਦਾ ਸੀਗਾ, ਸ਼ਾਮ ਨੂੰ 5 ਵਜੇ ਤੱਕ ਬੈਠਾ ਰਹਿੰਦਾ ਸੀਗਾ, ਮੈਂ ਦੇਖਦਾ ਕਿ CBI ਮੈਨੂੰ ਕੋਈ ਦੱਸੂਗੀ, ਕੋਈ ਗਵਾਹ ਭੁਗਤੂਗਾ, ਕੋਈ ਨਹੀਂ ਸੀ ਭੁਗਤਾ। ਇਹ ਜਿਹੜੇ ਦੋਨੋਂ ਮਾਮਲੇ ਨੇ, ਇਹੋ ਜਿਹੇ ਹੋਰ ਮਾਮਲੇ ਵੀ ਅੱਜ ਚੱਲ ਸਕਦੇ ਨੇ, ਲਾਈਮਲਾਈਟ ਆ ਸਕਦੇ ਨੇ।
ਇਹ ਦੋਨੋਂ ਮਾਮਲੇ ਪਹਿਲਾਂ ਵਿਕਟਿਮ ਪੁਲਿਸ ਕੋਲ ਗਏ ਨੇ, 0 FIR ਦਿੱਲੀ 'ਚ ਹੋਈ ਹੈ, ਤਾਂ ਇਹ ਕਰਕੇ ਇੱਥੇ ਤੱਕ ਮਾਮਲਾ ਪਹੁੰਚਿਆ। ਤਿਮਾਨ ਸਾਹਿਬ, ਜਦੋਂ ਰਸੂਖ ਵਾਲਾ ਬੰਦਾ ਸਾਹਮਣੇ ਵਾਲਾ ਹੋਵੇ, ਕਿੰਨਾ ਕੁਝ ਹੋਇਆ ਇਸ ਮਾਮਲੇ ਦੇ ਵਿੱਚ, ਐਸਿਡ ਅਟੈਕ ਤੱਕ ਹੋਏ ਨੇ, ਗਵਾਹ ਤੱਕ ਮਾਰੇ ਗਏ ਨੇ, ਅਜਿਹੇ ਦੇ ਵਿੱਚ ਗਵਾਹ ਦਾ ਸਟੈਂਡ ਲੈਣਾ ਆਪਣੇ ਆਪ ਦੇ ਵਿੱਚ ਇੱਕ ਨਵੀਂ ਜ਼ਿੰਦਗੀ ਜੀਣ ਦੇ ਬਰਾਬਰ ਬਹੁਤ ਵੱਡੀ ਗੱਲ ਰਹੀ ਹੈ ਉਹਨਾਂ ਦੀ। ਤੇ ਉਹਨਾਂ ਨੂੰ ਫੋਰਸ ਵੀ ਲਾਤੀ, ਫੋਰਸ ਬਹੁਤ ਬਾਅਦ ਜਾ ਕੇ ਫੋਰਸ ਕਦੋਂ ਤੱਕ ਰਹਿ ਸਕਦੀ ਹੈ, ਕਦੋਂ ਤੱਕ ਰਹਿ ਸਕਦੀ ਉਹ ਵਿਚਾਰੇ ਕਿਉਂਕਿ ਉਹਨਾਂ ਦੀ ਸੋਸ਼ਲ ਲਾਈਫ ਤਾਂ ਖਤਮ ਹੋ ਗਈ ਨਾ, ਖਤਮ ਹੋ ਚੁੱਕੀ। ਉਹ ਕਹਿੰਦਾ ਜੀ ਮੇਰਾ ਘਰ ਹੀ ਮੇਰਾ ਜੇਲ੍ਹ ਹੈ, ਉਹਦੀ ਮਾਂ ਕਹਿੰਦੀ ਸੀਗੀ। ਤੇ ਇਹ ਜ਼ਰੂਰ ਹੈ, ਅੱਖਾਂ ਖੋਲਣ ਵਾਲੇ ਫੈਸਲੇ ਨੇ। ਬਿਲਕੁਲ, ਜਿਹੜੇ ਬੰਦੇ ਜਿਨ੍ਹਾਂ ਨੂੰ ਸਮਾਜ ਮੰਨਦਾ ਹੈ, ਬਾਬੇ ਸੰਗਤ ਮੰਨਦੇ, ਇਹਨਾਂ ਨੂੰ ਵੀ ਸੰਤ ਮੰਨਦੇ ਨੇ। ਤੇ ਜਿਹੜਾ ਪ੍ਰੋਫੈਸਰ ਸਾਹਿਬ ਨੇ ਵੀ ਕਿਹਾ ਸੀਗਾ ਵੀ ਸਾਡਾ ਸਮਾਜ, ਸਾਡੀ ਲੋਕਤੰਤਰ ਕਿਸ ਵੇਲੇ ਤੁਰਿਆ ਜਾ ਰਿਹਾ ਹੈ, ਉਹ ਇਹਨਾਂ ਕੋਲ ਤੁਸੀਂ ਦੇਖੋ, ਚਾਹੇ ਸਿਰਸਾ ਵਾਲੇ ਕੋਲ ਦੇਖੋ, ਚਾਹੇ ਆਸਾਰਾਮ ਵਾਲੇ ਕੋਲ ਦੇਖੋ, ਕੌਣ ਨੇਤਾ ਜਾਂਦੇ ਸੀਗੇ, ਢੇਰ ਲੱਗਾ ਸੀ, ਨੇਤਾ ਲੋਕ ਜਾਂਦੇ ਸੀਗੇ। ਉਹ ਨੇਤਾ ਨੂੰ ਲੋਕੀ ਜਿਹੜੇ ਆਮ ਲੋਕੀ ਨੇ ਨਾ, ਉਹ ਨੇਤਾ ਨੂੰ ਵੀ ਫਾਲੋ ਕਰਦੇ ਨੇ, ਇਹ ਸੰਤਾਂ ਨੂੰ ਵੀ ਫਾਲੋ ਕਰਦੇ ਨੇ। ਜਦੋਂ ਉਹ ਫੋਟੋਆਂ ਖਿੱਚਦੇ, ਉਹਨਾਂ ਦੀ ਫੋਟੋਆਂ ਛਪਦੀਆਂ ਨੇ, ਚੈਨਲਾਂ ਤੇ ਦਿਖਦੀਆਂ ਨੇ, ਤੇ ਲੋਕੀ ਉਹਨਾਂ ਦੇ ਵਿਸ਼ਵਾਸ ਕਰਨ ਲੱਗ ਜਾਂਦੇ। ਬਿਲਕੁਲ ਠੀਕ ਹੈ। ਭਾਰਦਵਾਜ ਸਾਹਿਬ, ਵੱਡੀ ਗੱਲ ਕੀ ਤੁਹਾਨੂੰ ਲੱਗਦਾ ਹੈ ਕਿ ਜਦੋਂ ਇਹ ਡੇਰੇ ਪਨਪਦੇ ਨੇ ਜਾਂ ਡੇਰੇ ਪੈਦਾ ਹੁੰਦੇ ਨੇ, ਇਹਨਾਂ ਦੇ ਪਿੱਛੇ ਧਾਰਮਿਕ ਜਥੇਬੰਦੀਆਂ ਜਾਂ ਸਾਡੀਆਂ ਹੋਰ ਜਥੇਬੰਦੀਆਂ ਦੀ ਕਮਜ਼ੋਰੀ ਵੀ ਨਹੀਂ ਰਹਿੰਦੀ? ਦੇਖੋ, ਇਸ ਲਈ ਆਪਾਂ ਜਿਹੜੀ ਡਿਸਕਸ਼ਨ ਕਰਦੇ ਪਏ, ਜਿੰਨੇ ਵੀ ਆਪਣੇ ਭਾਈ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ, ਉਹਨਾਂ ਨੇ ਜੁਡੀਸ਼ਰੀ ਦੇ ਡਿਸੀਜ਼ਨ ਦੇ ਉੱਤੇ ਜ਼ਿਆਦਾ ਗੱਲ ਕੀਤੀ ਹੈ ਵੀ ਹਾਂ ਵੀ ਬੜਾ ਵਧੀਆ ਡਿਸੀਜ਼ਨ ਦੇਣਾ ਸ਼ੁਰੂ ਕਰਤਾ। ਪਰ ਇਹਨਾਂ ਨੂੰ ਡਿਸੀਜ਼ਨ ਜੁਡੀਸ਼ਰੀ ਨੇ ਜਿਹੜਾ ਲਾਅ ਹੈ ਉਹਦੇ ਬਾਹਰ ਜਾ ਕੇ ਨਹੀਂ ਦੇਣਾ, ਉਹਨੇ ਲਾਅ ਦੇ ਹਿਸਾਬ ਨਾਲ ਡਿਸੀਜ਼ਨ ਦੇਣਾ। ਜੁਡੀਸ਼ਰੀ ਆਪਣੀ ਮਨਮਰਜ਼ੀ ਨਹੀਂ ਕਰ ਸਕਦੀ, ਉਹਨੇ ਲਾਅ ਦੇ ਹਿਸਾਬ ਨਾਲ ਡਿਸੀਜ਼ਨ ਦੇਣਾ। ਇਹ 'ਚ ਕੋਈ ਜੁਡੀਸ਼ਰੀ ਦੀ ਬਹਾਦਰੀ ਨਹੀਂ ਹੈ। ਪਰ ਇਸ ਵੇਲੇ ਗੱਲ ਜੁਡੀਸ਼ਰੀ ਦੀ ਨਹੀਂ ਹੈ, ਇਸ ਵੇਲੇ ਜਿਹੜੀ ਗੱਲ ਸਮਝਣੀ ਪੈਣੀ ਹੈ, ਐਜ਼ ਏ ਮੈਂ ਹਿੰਦੂ ਗੱਲ ਕਹਿ ਰਿਹਾ, ਕਿਸੇ ਸੰਗਠਨ ਦੇ ਤੌਰ 'ਤੇ ਨਹੀਂ, ਐਜ਼ ਏ ਗੱਲ ਇਹ ਸਮਝਣੀ ਪੈਣੀ ਹੈ ਵੀ ਜਿਸ ਕਾਨੂੰਨ ਦਾ ਦੁਰਉਪਯੋਗ ਕਿਸੇ ਨੂੰ ਬਦਨਾਮ ਕਰਨ ਵਾਸਤੇ, ਉਹ ਜਿਹੜਾ ਇੱਕ ਨਵਾਂ ਇਹਨਾਂ ਨੇ ਹਥਕੰਡਾ ਬਣਾਇਆ ਵੀ ਹਾਂ ਵੀ ਕਿਸੇ ਬੰਦੇ ਨੂੰ ਬਦਨਾਮ ਕਰਨਾ, ਤੇ ਉਸ ਕਾਨੂੰਨ ਦਾ ਸਹਾਰਾ ਲਿੱਤਾ ਜਾਏ ਜਿਹੜੇ ਇਸ ਕਾਨੂੰਨ ਦੇ ਵਿੱਚ ਇਹ ਬੰਦਾ ਕਦੀ ਬਾਹਰ ਆ ਵੀ ਨਾ ਸਕੇ, ਇਹਨੂੰ ਪ੍ਰੂਵ ਵੀ ਨਾ ਕਰਨਾ ਪਵੇ, ਨਾ ਹੀ ਪ੍ਰੂਵ ਕਰਨ ਦੇ ਵਿੱਚ ਕੋਈ ਗੁੰਜਾਇਸ਼ ਛੱਡਣੀ ਹੈ। ਇਹ ਕਾਨੂੰਨ ਦੇ ਉੱਤੇ ਆਪਾਂ ਨੂੰ ਡਿਸਕਸ਼ਨ ਕਰਨੀ ਚਾਹੀਦੀ ਹੈ। ਤੁਸੀਂ ਕਹਿਣਾ ਕੀ ਚਾਹੁੰਦੇ? ਮੈਂ ਕਹਿਣਾ ਇਹ ਚਾਹੁੰਦਾ ਤੁਸੀਂ ਆਸਾਰਾਮ ਦੀ ਵਕਾਲਤ ਨਹੀਂ, ਮੈਂ ਵਕਾਲਤ ਕਰਦਾ। ਮੈਂ ਵਕਾਲਤ ਤਾਂ ਕਰਦਾ, ਮੈਂ ਦੱਸਦਾ ਮੈਂ ਵਕਾਲਤ ਕਿਉਂ ਕਰਦਾ। ਮੈਂ ਆਸ਼ਾਰਾਮ ਜੀ ਦੀ ਵਕਾਲਤ ਇਸ ਕਰਕੇ ਕਰਦਾ ਕਿ ਆਸ਼ਾਰਾਮ ਜੀ ਨੇ ਐਸੇ ਇੰਟੀਰੀਅਰ ਇਲਾਕਿਆਂ ਦੇ ਅੰਦਰ ਈਸਾਈ ਧਰਮ ਨੂੰ ਰੋਕਣ ਦੇ ਵਾਸਤੇ ਜਿਹੜੇ ਆਸ਼ਰਮ ਬਣਾਇਆ, ਉਹਦੇ ਵਾਸਤੇ ਈਸਾਈ ਧਰਮ ਇਹਨਾਂ ਤੋਂ ਪਰੇਸ਼ਾਨ ਸੀਗਾ, ਧਰਮਾਂਤਰਨ ਰੋਕ ਰਹੇ ਸੀਗੇ ਕਿ ਤੁਸੀਂ ਬੜੇ ਵਧੀਆ ਕੰਮ ਕੀਤੇ ਆ। ਬਲਾਤਕਾਰ ਕਰਨ ਦਾ ਬਲਾਤਕਾਰ ਬਿਲਕੁਲ ਨਹੀਂ ਕੀਤਾ, ਬਲਾਤਕਾਰ ਕਿਤੇ ਪ੍ਰੂਵ ਨਹੀਂ ਹੋਇਆ। ਬਲਾਤਕਾਰ ਨਾ ਉਹਨਾਂ ਨੇ ਕੀਤਾ, ਸਿਰਫ ਇਹ ਕੀਤਾ ਮੈਨੂੰ ਟੱਚ ਕੀਤਾ। ਟੱਚ ਕਰਨ ਨਾਲ ਕਿਹੜਾ ਕੀ ਹੋ ਗਿਆ? ਅਦਾਲਤ ਨੇ ਗਲਤ ਫੈਸਲਾ ਕੀਤਾ। ਮੈਂ ਕਹਿੰਦਾ ਅਦਾਲਤ ਨੂੰ ਸੋਚਣਾ ਪੈਣਾ ਵੀ ਜਿਹੜਾ ਇਹਨਾਂ ਨੇ ਇਹ ਵਾਲਾ ਕਾਨੂੰਨ ਬਣਾਇਆ, ਇਹਦਾ ਕੋਈ ਤੋੜ ਨਹੀਂ ਹੈ, ਇਸ ਕਾਨੂੰਨ ਦਾ ਕੋਈ ਤੋੜ ਨਹੀਂ ਹੈ। ਇਸ ਤੋੜ ਦੇ ਵਾਸਤੇ ਸਰਕਾਰ, ਅਦਾਲਤ ਨੂੰ ਸੋਚਣਾ ਪੈਣਾ, ਜੱਜ ਨੂੰ ਸੋਚਣਾ ਪੈਣਾ ਵੀ ਕੱਲ ਜੱਜ ਦੇ ਉੱਤੇ ਹੀ ਕੇਸ ਪੈ ਜਾਏਗਾ। ਜੱਜ ਕਿੱਥੋਂ ਬਚੇਗਾ? ਭਾਰਦਵਾਜ ਸਾਹਿਬ, ਮੈਂ ਤੁਹਾਨੂੰ ਇੱਕ ਗੱਲ ਦੱਸੋ, ਇਹਨਾਂ 5 ਸਾਲਾਂ ਦੇ ਵਿੱਚ ਕਿੰਨੇ ਗਵਾਹ ਮਾਰੇ ਗਏ, ਐਸਿਡ ਅਟੈਕ ਹੋਏ। ਜੇ ਅਜਿਹਾ ਕੁਝ ਨਹੀਂ ਸੀ, ਜੇ ਉਹਨਾਂ ਨੇ ਕੁਝ ਅਜਿਹਾ ਨਹੀਂ ਕੀਤਾ ਸੀ ਤਾਂ ਇਹਨਾਂ ਡਰ ਕਾਹਦਾ ਸੀ? ਡਰ ਕੋਈ ਨਹੀਂ ਸੀਗਾ। ਕਾਨੂੰਨ ਜਿਹੜਾ ਕਾਨੂੰਨ ਲੱਗਿਆ, ਮੈਂ ਕਹਿੰਦਾ ਆਪਣੇ ਸਾਡੇ ਜਿੰਨੇ ਪੈਨਲ 'ਚ ਬੈਠੇ ਕਿਸੇ ਤੇ ਲੱਗ ਜੇ, ਜੇ ਉਹ ਬਾਹਰ ਆ ਜੇ ਤਾਂ ਕਹਿ ਦਈਓ ਜ਼ਿੰਦਗੀ ਭਰ ਲੱਗਿਆ। ਮੈਂ ਕਹਿੰਦਾ ਲੱਗਿਆ, ਪ੍ਰੋਫੈਸਰ ਸਾਹਿਬ ਤੇ ਕਿਉਂ ਨਹੀਂ ਲੱਗਿਆ? ਲੱਗ ਸਕਦਾ, ਜੇ ਕਿਸੇ ਨੇ ਕੀਤਾ, ਇੱਕ ਮਿੰਟ ਭਾਰਦਵਾਜ ਸਾਹਿਬ, ਜੇ ਕਿਸੇ ਨੇ ਕੁਝ ਕੀਤਾ ਤਾਂ ਹੀ ਉਹਦੇ ਤੇ ਲੱਗਿਆ। ਕੋਈ ਨਹੀਂ ਕੀਤਾ। ਇਹ ਈਸਾਈ ਧਰਮ ਦਾ ਛੜਯੰਤਰ ਸੀਗਾ। ਉਹਨਾਂ ਨੇ ਉਹਨਾਂ ਦੇ ਉੱਤੇ ਉਹਨਾਂ ਨੂੰ ਘੇਰਾਬੰਦੀ ਕੀਤੀ। ਇੱਥੇ ਸੋਨੀਆ ਗਾਂਧੀ ਜਿਹੜੀ ਕਿਹਦਾ ਨਾਮ ਇਟਲੀ ਦੀ ਇੱਥੇ ਕਾਂਗਰਸ ਦੀ ਗੱਲ ਕਰਦਾ, ਦੂਜੇ ਪਾਸੇ ਨਾਲ ਲੈ ਕੇ ਜਾਈਏ, ਲੈ ਕੇ ਜਾਣਾ ਪੈਣਾ ਆਹੋ। ਚਲੋ ਮੈਂ ਆਪਾਂ ਨੂੰ ਲੈ ਕੇ ਜਾਣਾ ਪੈਣਾ। ਨਹੀਂ ਛੜਯੰਤਰ ਹੋ ਰਹੇ ਆ। ਰੂਲ ਤੇ ਬੀਜੇਪੀ ਦਾ ਆ, ਤੇ ਛੜਯੰਤਰ ਸੋਨੀਆ ਦਾ ਕਿੱਥੋਂ ਚੱਲਦਾ? ਕਾਨੂੰਨ ਦੇ ਉੱਤੇ ਕਿਸੇ ਪਾਰਟੀ ਦੀ ਨਹੀਂ ਚੱਲਦੀ, ਨਾ ਬੀਜੇਪੀ ਦੀ ਨਾ ਕਾਂਗਰਸ ਦੀ। ਹਾਂਜੀ, ਇਹ ਕਾਨੂੰਨ ਹੈ। ਪੀਰ ਮੁਹੰਮਦ ਸਾਹਿਬ, ਜਦੋਂ ਅਸੀਂ ਵਾਰ-ਵਾਰ ਗੱਲ ਇਹ ਕਰਦੇ ਹਾਂ ਕਿ ਇਨਸਾਫ ਸਾਨੂੰ ਮਿਲ ਨਹੀਂ ਰਿਹਾ, ਇਨਸਾਫ ਦੀ ਦਰਕਾਰ ਹੈ, ਜਦੋਂ ਇਨਸਾਫ ਮਿਲ ਜਾਂਦਾ ਤਾਂ ਵਿਜੇ ਵਰਗੀਆਂ ਸ਼ਖਸੀਅਤਾਂ ਸਵਾਲ ਚੁੱਕਦੀਆਂ ਨੇ ਕਿ ਇਨਸਾਫ ਵੀ ਗਲਤ ਮਿਲਿਆ। ਸਰਦਾਰ ਹਰਪ੍ਰੀਤ ਸਿੰਘ ਜੀ, ਦੇਖੋ ਸਿਸਟਮ ਨੂੰ ਸਮਝਣ ਦੀ ਲੋੜ ਹੈ। ਇਸ ਦੇਸ਼ ਦੇ ਅੰਦਰ ਬਹੁਤ ਸਾਰੇ ਫੈਸਲੇ ਇਹਨਾਂ ਦਿਨਾਂ ਦੇ ਵਿੱਚ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਅੱਜ ਇੱਕ ਆਸਾਰਾਮ ਦਾ ਫੈਸਲਾ ਆ ਗਿਆ, ਜਿੰਦੇ ਵਿੱਚ ਉਹਨਾਂ ਨੂੰ ਸਜ਼ਾ ਮਿਲ ਗਈ। ਇਸ ਤੋਂ ਪਹਿਲਾਂ ਗੁਰਮੀਤ ਰਾਮ ਰਹੀਮ ਦਾ ਆਇਆ, ਉਹਨਾਂ ਨੂੰ ਸਜ਼ਾ ਮਿਲ ਗਈ। ਲੇਕਿਨ ਜਿਹੜਾ ਪੋਲੀਟੀਕਲ ਸੈਟਅਪ ਹੈ ਨਾ, ਉਸ ਨੂੰ ਵੀ ਨਾਲ ਵਾਚਣਾ ਪਵੇਗਾ ਕਿ ਜਿਹੜੇ ਰਾਜਨੀਤਿਕ ਲੋਕ ਨੇ, ਜਿਹੜੇ ਸਾਜ਼ਿਸ਼ਾਂ ਰਚਦੇ ਨੇ, ਉਹਨਾਂ ਦੇ ਵਿੱਚੋਂ ਕਿੰਨਿਆਂ ਨੂੰ ਸਜ਼ਾ ਮਿਲੀ। ਪਿਛਲੇ ਦਿਨੀ ਤੁਸੀਂ ਦੇਖਿਆ ਹੋਵੇਗਾ ਜਸਟਿਸ ਲੋਹਾ ਦਾ ਕੇਸ, ਉਸ ਦੇ ਵਿੱਚ
ਜਿਸ ਤਰੀਕੇ ਦੇ ਨਾਲ ਸਾਰਾ ਕੁਝ ਸਾਹਮਣੇ ਦੁਨੀਆ ਦੇ ਆਇਆ ਸੀ, ਜਿਸ ਤਰੀਕੇ ਦੇ ਨਾਲ ਮੀਡੀਆ ਦੇ ਵਿੱਚ ਚਰਚਾ ਹੋਈ ਸੀ ਕਿ ਇੱਕ ਜੱਜ ਦੀ ਡੈਥ ਹੁੰਦੀ ਹੈ ਤਾਂ ਉਹਦੇ ਪਰਿਵਾਰ ਨੂੰ ਡੈੱਡ ਬਾਡੀ ਵੀ ਨਹੀਂ ਦਿੱਤੀ ਜਾਂਦੀ, ਸਿੱਧਾ ਜਾ ਕੇ ਉਹਦਾ ਸੰਸਕਾਰ ਕਰ ਦਿੱਤਾ ਜਾਂਦਾ ਔਰ ਚੋਟੀ ਦੇ ਰਾਜਨੀਤਿਕ ਆਗੂ ਦੇ ਉੱਪਰ ਉਹ ਦੋਸ਼ ਲੱਗੇ ਸੀ। ਮੈਂ ਇਹ ਗੱਲ ਕਰਦਾ ਉਸ ਤੋਂ ਬਾਅਦ ਅਸੀਮਾਨੰਦ ਦਾ ਕੇਸ ਆਇਆ ਜਿਸ ਦੇ ਉੱਪਰ ਬੰਬ ਬਲਾਸਟ ਦੇ ਉੱਪਰ ਕਈ ਤਰ੍ਹਾਂ ਦੇ ਦੋਸ਼ ਸੀ। ਜਿਹੜੀ ਹੈਗੀ ਸੀ ਸਾਧਵੀ ਪ੍ਰਤੱਗਿਆ, ਕਰਨਲ ਪ੍ਰੋਤ, ਹਾਂਜੀ, ਇਹ ਜਿਹੜੇ ਸਾਰੇ ਲੋਕ ਸੀ ਉਹ ਇਸ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਹੋ ਗਏ ਜਦੋਂ ਕਿ ਉਹਨਾਂ ਦੇ ਬਾਰੇ ਦੇ ਵਿੱਚ ਜਿਹੜੀ ਲਗਭਗ ਵਿਜੇ ਮੈਂ ਇਹ ਨਹੀਂ ਗੱਲ ਕਰਦਾ, ਕਹਿ ਰਹੇ ਹੋ ਕਿ ਜਿਹੜੇ ਫੈਸਲੇ ਨੇ ਜੇ ਅਦਾਲਤਾਂ ਕੋਈ ਫੈਸਲੇ ਕਰਦੇ ਨੇ ਤਾਂ ਸਿਆਸਤ ਤੋਂ ਪਾਰੂ ਹੋ ਕੇ ਜਾਂ ਪ੍ਰਭਾਵਿਤ ਹੋ ਕੇ ਬਿਲਕੁਲ ਇਹਦੇ ਚ ਕੀ ਹੋ ਰਿਹਾ, ਇਹਦੇ ਚ ਨਹੀਂ, ਮੈਂ ਮੇਰੀ ਗੱਲ ਸੁਣੋ, ਹਰਪ੍ਰੀਤ ਸਿੰਘ ਜੀ ਵਾਲਾ ਮਾਮਲਾ ਫਿਰ ਵਿਜੇ ਬਿਲਕੁਲ ਠੀਕ ਕਹਿ ਰਹੇ ਹਰਪ੍ਰੀਤ ਸਿੰਘ ਜੀ ਜਿੱਥੋਂ ਤੱਕ ਨਹੀਂ ਬਿਲਕੁਲ ਮੈਂ ਇਹ ਗੱਲ ਕਹਿਣਾ ਕਿ ਜਿਹੜਾ ਆਸਾ ਰਾਮ ਦਾ ਫੈਸਲਾ ਆਇਆ, ਗੁਰਮੀਤ ਰਾਮ ਰਹੀਮ ਦਾ ਫੈਸਲਾ ਆਇਆ, ਇਹ ਜਿਹੜੇ ਇੰਡੀਵਿਜੂਅਲ ਤੌਰ ਦੇ ਉੱਤੇ ਕੁਝ ਇਸ ਤਰ੍ਹਾਂ ਦੇ ਗੈਰਤਮੰਦ ਲੋਕ ਵੀ ਹੈਗੇ ਨੇ ਜਿਹੜੇ ਜਸਟਿਸ ਦੇਣ ਵਾਸਤੇ ਤਤਪਰ ਰਹਿੰਦੇ ਨੇ। ਉਹਨਾਂ ਦੇ ਵਿੱਚ ਜਿਵੇਂ ਧਾਰਨੀ ਸਾਹਿਬ ਨੇ ਕਿਹਾ ਕਿ ਉਸ ਜੱਜ ਨੂੰ ਰੱਬ ਦੇ ਰੂਪ ਦੇ ਵਿੱਚ ਵੀ ਲੋਕਾਂ ਨੇ ਦੇਖਿਆ ਉਸ ਦਿਨ ਜਿੱਦਣ ਉਹਨਾਂ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਦਿੱਤੀ। ਲੇਕਿਨ ਅੱਜ ਕੀ ਹੋ ਰਿਹਾ ਸਿਸਟਮ ਦੇ ਵਿੱਚ, ਜਿਹੜਾ ਰਾਜਨੀਤਿਕ ਇਹ ਮੈਂ ਨਹੀਂ ਕਹਿ ਰਿਹਾ, 4 ਜੱਜ ਸੁਪਰੀਮ ਕੋਰਟ ਦੇ ਵਿੱਚੋਂ ਬਾਹਰ ਆਉਂਦੇ ਨੇ ਔਰ ਬੁੜਕ ਕੇ ਉਹ ਗੱਲ ਕਹਿੰਦੇ ਨੇ ਕਿ ਅੰਦਰ ਵੇਖੋ ਕਿ ਨਿਆਂਪਾਲਿਕਾ ਦੇ ਅੰਦਰ ਕੀ ਚੱਲ ਰਿਹਾ। ਅੱਜ ਇਹ ਗੱਲ ਸਮਝਣ ਦੀ ਲੋੜ ਹੈ ਕਿ ਰਾਜਨੀਤਿਕ ਲੋਕ ਜਿਹੜੇ ਆ ਉਹ ਕਾਨੂੰਨ ਨੂੰ ਪ੍ਰਭਾਵਿਤ ਕਰ ਰਹੇ ਨੇ। ਜੇ ਇਸ ਤਰ੍ਹਾਂ ਦੀ ਗੱਲ ਨਾ ਹੁੰਦੀ, ਟਾਈਟਲਰ ਸੱਜਣ ਕੁਮਾਰ ਕਮਲਨਾਥ ਕੋਲੋਂ ਪੁੱਛ ਕੇ ਫੈਸਲੇ ਨਾ ਹੁੰਦੇ ਕਿ ਤੁਹਾਡਾ ਜਿਹੜਾ ਟੈਸਟ ਕਰੀਏ ਕਿ ਨਾ ਕਰੀਏ, ਤੁਹਾਨੂੰ ਸਜ਼ਾ ਦਈਏ ਕਿ ਨਾ ਦਈਏ, ਤੁਹਾਡੇ ਉੱਪਰ ਕੇਸ ਚਲਾਈਏ ਕਿ ਨਾ ਚਲਾਈਏ। ਸਵਾਲ ਵੱਡਾ ਖੜਾ ਵਿਜੇ ਸਿੰਘ ਭਾਰਦਵਾਜ ਹੋਰਾਂ ਨੇ ਕੀਤਾ ਕਿ ਫਸਾਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਇਹ ਇੱਕ ਅਜਿਹਾ ਮਾਮਲਾ ਹੈ, ਅਸੀਂ ਪਹਿਲਾਂ ਚਲੋ ਠੀਕ ਹੈ, ਕੋਸ਼ਿਸ਼ ਨਹੀਂ ਕਰਾਇਆ, ਠੀਕ ਹੈ, ਉਸ ਕਾਨੂੰਨ ਦੇ ਤਹਿਤ ਠੀਕ ਹੈ। ਫਿਰ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ, ਫਿਰ ਅਸੀਂ ਵਿਸ਼ਵਾਸ ਕਿਸ ਤੇ ਕਰੀਏ? ਤੁਹਾਨੂੰ ਨਾ ਪੁਲਿਸ ਤੇ ਯਕੀਨ, ਨਾ ਅਦਾਲਤ ਤੇ ਯਕੀਨ, ਨਾ ਜੱਜ ਤੇ ਯਕੀਨ, ਫਿਰ ਤੁਹਾਨੂੰ ਕਿਸੇ ਨਾ ਕਿਸੇ ਨਿਆਂਪਾਲਿਕਾ ਤੇ ਤਾਂ ਯਕੀਨ ਕਰਨਾ ਹੀ ਨਹੀਂ ਪੈਂਦਾ। ਜੇ ਤੁਸੀਂ ਭਾਰਤ ਦੇ ਵਿੱਚ ਰਹਿਣਾ, ਜੇ ਭਾਰਤ ਦੇ ਵਿੱਚ ਰਹਿੰਦੇ ਹੋ, ਉੱਥੋਂ ਦੇ ਕਾਨੂੰਨ, ਉੱਥੋਂ ਦੀ ਨਿਆਂਪਾਲਿਕਾ, ਉੱਥੋਂ ਦੇ ਪੁਲਿਸ ਸਿਸਟਮ ਨੂੰ ਕਿਸੇ ਨਾ ਕਿਸੇ ਤੇ ਤਾਂ ਵਿਸ਼ਵਾਸ ਕਰਨਾ ਪਊਗਾ। ਨਿਆਂਪਾਲਿਕਾ ਨੂੰ ਬਿਲਕੁਲ ਦੋਸ਼ੀ ਨਹੀਂ ਠਹਿਰਾਉਂਦੇ, ਨਿਆਂਪਾਲਿਕਾ ਨੇ ਉਹੀ ਕਰਨਾ ਹੈ ਜਿਹੜਾ ਕਿ ਉਹਦੇ ਉੱਤੇ ਕਾਨੂੰਨ ਲੱਗਦਾ ਹੈ, ਪ੍ਰੂਵ ਹੁੰਦਾ। ਪਰ ਜੇ ਤੁਸੀਂ ਕਾਨੂੰਨ ਹੀ ਐਸੇ ਇੱਕ ਬਣਾ ਕੇ ਰੱਖੇ ਹੋਏ ਆ ਵੀ ਜਿਹਦੇ ਵਿੱਚ ਉਹ ਕੋਈ, ਮੈਂ ਕਹਿੰਦਾ ਜਾਨਵਰ ਤੋਂ ਲੈ ਕੇ ਭਗਵਾਨ ਤੱਕ ਬਚ ਹੀ ਨਹੀਂ ਸਕਦੇ, ਕੋਈ ਵੀ ਆ ਜਾਵੇ। ਦੇਖੋ ਵਿਜੇ ਜੀ ਦੇ ਨਾਲ ਮੈਂ ਸਾਰਾ ਤਾਂ ਨਹੀਂ ਸਹਿਮਤ ਹੈਗਾ। ਦੇਖੋ ਇੱਕ ਪਾਰਟਿਕੂਲਰ ਕੇਸ ਦੀ ਗੱਲ ਕਰਨ ਦੀ ਬਜਾਏ ਕਿ ਇਹਨਾਂ ਨੂੰ ਗਲਤ ਫਸਾਇਆ ਗਿਆ ਜਾਂ ਠੀਕ ਫਸਾਇਆ ਗਿਆ, ਸਵਾਲ ਹੈਗਾ ਸਰਕਮਸਟੈਂਸਸ ਦੀ। ਸਰਕਮਸਟੈਂਸਸ ਇਹ ਹੈਗੇ ਆ ਕਿ ਦੇਖੋ ਇਹਦੀ ਬੁਨਿਆਦ ਕੀ ਹੈਗੀ ਆ। ਇਟ ਸਟਾਰਟਸ ਫਰੋਮ ਜਿਹੜਾ ਨਿਰਭਇਆ ਕੇਸ ਸੀ ਨਾ, ਦਿੱਲੀ ਦੇ ਵਿੱਚ ਗੈਂਗ ਰੇਪ ਹੋਇਆ ਸੀ, ਉਹ ਕੇਸ ਤੋਂ ਬਾਅਦ ਇੱਕਦਮ ਹੀ ਜਿਹੜੀ ਹੈਗਾ ਸੀ ਸਰਕਾਰ ਨੇ ਇਸ ਤਰ੍ਹਾਂ ਦੇ ਮਤਲਬ ਜਲਦੀ ਦੇ ਵਿੱਚ ਲਾਅ ਬਣਾਏ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਮਤਲਬ ਬੰਦੇ ਨੂੰ ਜਕੜ ਕੇ ਰੱਖਤਾ, ਜਿਨ੍ਹਾਂ ਦਾ ਮਿਸਯੂਜ਼ ਛੜਯੰਤਰ ਸੀਗਾ, ਛੜਯੰਤਰ ਪਹਿਲੇ ਤਿਆਰ ਕੀਤਾ, ਉਹਦਾ ਭੂਮਿਕਾ ਬਣਾਈ ਛੜਯੰਤਰ ਦੀ, ਮਿਸਯੂਜ਼ ਐਂਡ ਮਿਸਪਰੋਸੈਸਡ ਲਾਅ ਹੋਇਆ, ਠੀਕ ਹੈ ਨਹੀਂ। ਉਹਦੇ ਵਿੱਚ ਬਹੁਤ ਸਾਰੇ ਤੁਸੀਂ ਉਹਨਾਂ ਟਾਈਮਾਂ ਦੇ ਵਿੱਚ ਦੇਖਿਆ ਹੋਊਗਾ ਕਿ ਇੱਕ ਹੁਸ਼ਿਆਰਪੁਰ ਦੇ ਇੱਕ ਜੱਜ ਨੇ 7 ਦਿਨਾਂ ਦੇ ਵਿੱਚ ਸਾਰਾ ਕੁਝ ਫੈਸਲਾ ਕਰਕੇ ਨਾ ਜਿਹੜਾ ਹੈਗਾ ਸੀ ਉਹ ਅਖਬਾਰ ਦੇ ਵਿੱਚ ਇਹ ਲਵਾਤਾ ਕਿ ਜੀ ਇੱਕ ਜੱਜ ਨੇ ਇੰਨੀ ਜਲਦੀ ਕੀਤੀ ਹੈ ਕਿ 7 ਦਿਨ ਦੇ ਵਿੱਚ ਜਿਹੜਾ ਹੈਗਾ ਕੇਸ ਡਿਸਾਈਡ ਕਰਤਾ। ਠੀਕ ਹੈ, ਮੈਂ ਇਹ ਪੁੱਛਣਾ ਚਾਹੁੰਦਾ ਕਿ 7 ਦਿਨ ਦੇ ਵਿੱਚ ਇਹ ਇੰਪੋਸੀਬਲ ਹੈ। ਇਸ ਕੇਸ ਦੇ ਵਿੱਚ ਕੀ ਹੋਇਆ? ਦੇਖੋ ਇਸ ਕੇਸ ਦੇ ਵਿੱਚ ਜਿਹੜਾ ਕੁਝ ਵੀ ਹੋਇਆ, ਪਰ ਇਹ ਕੇਸ 5 ਸਾਲ ਚੱਲਿਆ ਨਾ, ਮੈਂ ਦੱਸਦਾ ਨਾ, ਇਹ ਵੀ ਗਲਤ ਹੈ ਕਿਉਂਕਿ ਜਿਹੜਾ ਕੇਸ ਹੈ ਕੀ ਔਰ ਉਹਦੇ ਕਾਨੂੰਨ ਕੀ ਹੈ, ਜਿਹੜਾ ਪੋਕਸੋ ਐਕਟ ਹੈ ਨਾ, ਪੋਕਸੋ ਐਕਟ ਹੈਗਾ, ਉਹਦੇ ਮੁਤਾਬਕ 6 ਮਹੀਨੇ ਦੇ ਵਿੱਚ ਡਿਸਾਈਡ ਹੋਣਾ ਚਾਹੀਦਾ ਸੀ। ਨਹੀਂ ਕਿਸ ਉਹਦੀ ਹਰਕਤਾਂ ਦੱਸੋ, ਮੇਰੀ ਸੁਣੋ ਗੱਲ ਕੀ ਹੋਈ ਇਹਦੇ ਵਿੱਚ। ਦੇਖੋ ਜਦੋਂ ਜੁਡੀਸ਼ਰੀ ਕੋਲ ਕੇਸ ਜਾਣਾ ਨਾ, ਉਸ ਤੋਂ ਪਹਿਲਾਂ ਇਹ ਕੇਸ ਇਨਵੈਸਟੀਗੇਟਿੰਗ ਏਜੰਸੀਜ਼ ਨੇ ਲੈ ਕੇ ਆਉਣਾ। ਇਨਵੈਸਟੀਗੇਟਿੰਗ ਏਜੰਸੀ ਕੌਣ ਹੈ? ਉਹ ਸਰਕਾਰ ਦੀਆਂ ਹੈਗੀਆਂ, ਔਰ ਸਰਕਾਰ ਜਿਹੜੀ ਹੈਗੀ ਆ ਕੇਸ ਨੂੰ ਬਣਾ ਕੇ ਭੇਜਦੀ ਆ, ਉਹ ਕਿਤੇ ਨਾ ਕਿਤੇ ਇਨਫਲੂਐਂਸ ਵੀ ਹੁੰਦੀ ਹੈ ਔਰ ਤਰੀਕੇ ਨਾਲ ਇਹ ਚੀਜ਼ਾਂ ਆਉਂਦੀਆਂ। ਇਸ ਕੇਸ ਦੇ ਵਿੱਚ ਕੀ ਹੋਇਆ, ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਚਾਹੁੰਦਾ ਜੀ, ਬੜੀ ਇੰਟਰਸਟਿੰਗ ਹੈਗੀ ਆ। ਇਸ ਦੇ ਵਿੱਚ ਇੱਕ ਲੜਕੀ ਆ 16 ਸਾਲ ਦੀ, ਜਿਹੜੀ ਬਾਬੇ ਦੇ ਕੁਟੀਆ ਦੇ ਵਿੱਚ ਜਾਂਦੀ ਆ। ਉਹਦੇ ਵਿੱਚ ਉਹ ਜਿਹੜੇ ਨਾਲ ਵਾਲੇ ਬੰਦੇ ਅੱਜ ਜਿਨ੍ਹਾਂ ਨਾਲ ਸਜ਼ਾ ਹੋਈ ਆ, ਉਹ ਬੰਦੇ ਜਿਹੜੇ ਭਾਗੀਦਾਰ ਹੈਗੇ ਸੀ ਕੁਟੀਆ ਦੇ ਵਿੱਚ ਭੇਜਦੇ ਹੈਗੇ ਆ। ਉਹ ਤੋਂ ਬਾਅਦ ਉਹ
ਪੁੱਛਦਾ ਹੈ ਕਿ ਇਹ ਜਿਹੜਾ ਤੇਰੇ ਪਿਓ ਤੇ ਮਾਤਾ ਜਿਹੜੇ ਹੈਗੇ ਚਲੇ ਗਏ ਆ, ਉਹਨੇ ਕਿਹਾ ਵੀ ਮੇਰੀ ਜਿਹੜੀ ਹੈਗੀ ਆ ਮਾਤਾ ਬਾਹਰ ਬੈਠੀ ਆ, ਫਾਦਰ ਚਲੇ ਗਏ। ਉਸ ਤੋਂ ਬਾਅਦ ਉਸਨੇ ਲਾਈਟ ਬੰਦ ਕਰਕੇ ਉਹਦੇ ਨਾਲ ਮਤਲਬ ਆਪਣੇ ਕੱਪੜੇ ਲਾਤੇ ਔਰ ਉਹਦੇ ਕੋਸ਼ਿਸ਼ ਕੀਤੀ ਕੱਪੜੇ ਖੋਲਣ ਦੀ, ਔਰ ਉਸ ਕੁੜੀ ਨੂੰ ਇਹ ਕਿਹਾ ਗਿਆ ਕਿ ਮੇਰੇ ਨਾਲ ਓਰਲ ਸੈਕਸ ਕਰ, ਕਿਉਂਕਿ ਲਾਅ ਦੇ ਮੁਤਾਬਕ ਇਹ ਜਿਹੜਾ ਹੈਗਾ, ਜਿਹੜੀ 2013 ਤੋਂ ਬਾਅਦ ਅਮੈਂਡਮੈਂਟ ਹੋਈ ਨਾ ਨਵੇਂ ਐਕਟ ਦੇ ਮੁਤਾਬਕ, ਉਹਦੇ ਵਿੱਚ ਪੈਨੀਟ੍ਰੇਸ਼ਨ ਹੈਗੀ ਆ ਜਿਹੜੀ, ਉਹ ਜ਼ਰੂਰੀ ਨਹੀਂ ਹੈਗੀ। ਜਿਹੜਾ ਓਰਲ ਸੈਕਸ ਹੈਗਾ, ਓਰਲ ਸੈਕਸ ਦੇ ਮੁਤਾਬਕ that amounts to 376 ਓਰਲ ਸੈਕਸ ਦੇ ਸਬੂਤ ਹੁੰਦੇ ਆ, ਮੈਂ ਦੱਸਦਾ ਜੀ ਸਬੂਤ ਤਾਂ ਹੁਣ ਦੇ ਅੰਦਰ ਨਹੀਂ ਓਰਲ ਸੈਕਸ ਦੇ ਨਹੀਂ ਭਾਰਦਵਾਜ ਜੀ ਸਬੂਤ ਉਥੋਂ ਹੁਣ ਕਿੰਨੇ ਦੇਣੇ ਆ? ਇੱਕ ਸਬੂਤ ਕਿਉਂ ਕੌਣ ਦੇਗਾ? ਓਰਲ ਸੈਕਸ ਦੀ ਗੱਲ ਕਰੀਏ। ਇੱਕ ਸੈਕਿੰਡ ਆਪਾਂ ਇੱਕ ਗੱਲ ਕੰਪਲੀਟ ਕਰ ਲਈਏ, ਗੱਲ ਕੰਪਲੀਟ ਕਰ ਲਈਏ ਫਿਰ ਆਨੇ ਮੈਂ ਨਾ ਦੱਸ ਦੇਣਾ ਵਿਸਤਾਰ ਨਾਲ ਪਤਾ ਲੱਗ ਉਸ ਲੜਕੀ ਨੇ ਜਦੋਂ ਆਪਣੇ ਮਾਤਾ ਦੇ ਨਾਲ ਚਲੇ ਗਈ, ਉੱਥੇ ਜਾ ਕੇ ਉਹਨੇ ਦੱਸਿਆ ਕਿ ਮੇਰੇ ਨਾਲ ਉਹਨੇ ਇਸ ਤਰ੍ਹਾਂ ਕੀਤਾ ਕਿ ਹੀ ਇਜ਼ ਅ ਬੈਡ ਮੈਨ, ਉਹਨੇ ਆਪਣੇ ਪਿਓ ਨੂੰ ਦੱਸਿਆ। ਦੈਨ ਉਹਦੇ ਫਾਦਰ ਨੇ ਜਿਹੜਾ ਹੈਗਾ ਸੀ ਪੁਲਿਸ ਕੋਲ ਗਏ, ਉਹਦੀ 161 ਦੀ ਸਟੇਟਮੈਂਟ ਕਰਾਈ ਗਈ, ਬਿਫੋਰ ਦਾ ਮੈਜਿਸਟ੍ਰੇਟ 164 ਦੀ CRPC ਦੀ ਸਟੇਟਮੈਂਟ ਕਰਾਈ ਗਈ, ਔਰ ਜਿਹੜਾ ਇਹ ਕੇਸ ਡਿਸਾਈਡ ਵੀ ਹੋਇਆ। ਕਿਉਂਕਿ ਜਿਹੜਾ ਮੈਡੀਕਲ ਰਿਪੋਰਟ ਇਸ ਕੇਸ ਦੇ ਵਿੱਚ ਆਈ ਨਾ, ਉਸ ਨੇ ਡਾਕਟਰ ਨੇ ਜਿਹੜੀ ਮੈਡੀਕਲ ਰਿਪੋਰਟ ਕਹੀ ਆ, ਉਹਨੇ ਕਿਹਾ ਹਾਈਮਨਸ ਆਰ ਇੰਟੈਕਟ, ਮਤਲਬ ਠੀਕ ਹੈ ਪੈਨੀਟ੍ਰੇਸ਼ਨ ਹੈ ਜਿਹੜੀ ਉਹਦੇ ਨਾਲ ਨਹੀਂ ਸੀ ਹੋਈ। ਇੱਕ ਮਿੰਟ ਇੱਕ ਛੋਟਾ ਜਿਹਾ ਬ੍ਰੇਕ ਮੈਨੂੰ ਲੈਣਾ ਪੈ ਰਿਹਾ, ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਚਰਚਾ ਅੱਗੇ ਵਧਾਵਾਂਗੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ ਔਰ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਜਦੋਂ ਅਜਿਹੇ ਬਾਬਿਆਂ ਨੂੰ ਸਜ਼ਾ ਹੁੰਦੀ ਹੈ ਤਾਂ ਉਸ ਦੇ ਬਾਵਜੂਦ ਵੀ ਜਿਹੜੇ ਭਗਤਾਂ ਦੀ ਅੰਨੀ ਭਗਤੀ ਆ ਉਹ ਖਤਮ ਕਿਉਂ ਨਹੀਂ ਹੁੰਦੀ? ਹਾਂਜੀ ਭਾਰਦਵਾਜ ਸਾਹਿਬ, ਤੁਸੀਂ ਜਿਹੜੀ ਗੱਲ ਚੁੱਕੀ ਸੀ ਕਿ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਚਲੋ ਉਦਾਹਰਨ ਦੇ ਤੌਰ ਤੇ ਇਸ ਮਾਮਲੇ ਨੂੰ ਲੈ ਲੈਣੇ। ਸ਼ਾਹਜਹਾਂਪੁਰ ਦਾ ਇੱਕ ਗਰੀਬ ਪਰਿਵਾਰ ਹੈ, ਗਰੀਬ ਪਰਿਵਾਰ ਦੀ ਇੱਕ ਕੁੜੀ ਦੇ ਨਾਲ ਅਜਿਹਾ ਕੁਝ ਹੋਇਆ। ਮੈਨੂੰ ਸਿਰਫ ਇਹ ਦੱਸੋ ਇਨਸਾਨੀਅਤ ਦੇ ਨਾਤੇ, ਕਿਹੜਾ ਅਜਿਹਾ ਗਰੀਬ ਮਾਂ-ਬਾਪ ਹੋਏਗਾ ਜਿਹੜਾ ਇਸ ਤਰ੍ਹਾਂ ਦੀ ਝੂਠੀ ਕਾਰਵਾਈ, ਅਜਿਹੀ ਕਾਨੂੰਨੀ ਕਾਰਵਾਈ ਬਾਰੇ ਕੰਪਲੇਂਟ ਕਰੇਗਾ? ਮੈਂ ਕਹਿੰਦਾ ਬਿਲਕੁਲ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ, ਪਰ ਜਿੱਥੇ ਛੜਯੰਤਰ ਹੁੰਦੇ ਨਾ, ਛੜਯੰਤਰ ਜਿਹੜਾ ਸ਼ਬਦ ਹੈ ਕਿ ਛੜਯੰਤਰ, ਜਿੱਥੇ ਛੜਯੰਤਰ ਉੱਤੇ ਹੁੰਦੇ ਆ ਉਹਦੇ ਉੱਤੇ ਆ ਜਿਹੜੀ ਆਪਾਂ ਭਾਵੁਕ ਜੀ ਗੱਲਾਂ ਕਰਦੇ, ਭਾਵਨੀ ਗੱਲਾਂ ਚੱਲਦੀਆਂ, ਉੱਥੇ ਛੜਯੰਤਰ ਚੱਲਦਾ ਵੀ ਮੈਂ ਕਿੱਦਾਂ ਕਰਨਾ, ਕੁੜੀ ਨੇ ਕਿੱਦਾਂ ਬੋਲਣਾ, ਮੈਂ ਕਿੱਦਾਂ ਕੰਪਲੇਂਟ ਕਰਾਣੀ ਹੈ। ਇਹ ਬੜੇ ਵੱਡੇ ਛੜਯੰਤਰ ਹੁੰਦੇ ਆ। ਅਸਰ ਰਸੂਖ ਰੱਖਣ ਵਾਲੇ ਆਸਾਰਾਮ ਜੀ ਛੜਯੰਤਰ ਦਾ ਹਿੱਸਾ ਬਣ ਗਏ, ਉਹਨਾਂ ਨੂੰ ਫਸਾ ਦਿੱਤਾ ਗਿਆ। ਆਸਾਰਾਮ ਜੀ ਨਹੀਂ, ਅੱਜ ਇੱਥੇ ਪੋਪ ਆ ਜਾਏ ਨਾ, ਪੋਪ ਦੇ ਉੱਤੇ ਸੇਮ ਕੇਸ ਪੈ ਸਕਦਾ ਔਰ ਸੇਮ ਕੇਸ ਉੱਤੇ ਦੇਖਦੇ ਪੋਪ ਨੂੰ ਅੰਦਰ ਕੀਤਾ ਜਾ ਸਕਦਾ। ਜਿਹੜੀਆਂ ਜਾਂਚ ਏਜੰਸੀਆਂ, ਜਿਹੜੀ ਪੁਲਿਸ ਹੈ, ਇਹ ਸਭ ਕੁਝ ਨਕਾਰਾ ਹੋ ਚੁੱਕੀ ਹੈ। ਨਕਾਰਾ ਨਹੀਂ, ਜਿਹੜੇ ਛੜਯੰਤਰਕਾਰੀ ਜਿਸ ਕਾਨੂੰਨ ਦਾ ਸਹਾਰਾ ਲੈਂਦੇ, ਇਹ ਜਿਹੜਾ ਕਾਨੂੰਨ ਇਸ ਲਈ ਜਿਹੜੀ ਡਿਸਕਸ਼ਨ ਹੈ ਨਾ, ਅਸਲ 'ਚ ਕਿਸ ਕਾਨੂੰਨ ਦੇ ਦੁਰਉਪਯੋਗ ਦੇ ਨਾਲ ਕਿਸੇ ਵੀ ਇੱਜ਼ਤਦਾਰ ਬੰਦੇ ਦੀ ਮਿੱਟੀ 'ਚ ਮਿਲਾਣੀ ਹੈ, ਉਹਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਹੈ ਵੀ ਇਹ ਕੀ ਕਾਨੂੰਨ ਕੀ ਹੈ, ਇਹਦਾ ਕਾਨੂੰਨ ਦਾ ਸਿਰ ਪੈਰ ਕੀ ਹੈ। ਵੀ ਸਰਕਾਰ ਨੂੰ ਔਰ ਜੁਡੀਸ਼ਰੀ ਨੂੰ ਸਮਝਣਾ ਪੈਣਾ ਵੀ ਕੱਲ ਜੁਡੀਸ਼ਰੀ ਦੇ ਸਿਰ ਤੇ ਸੇਮ ਕਾਨੂੰਨ ਪੈ ਸਕਦਾ, ਕਿੱਥੋਂ ਬਾਹਰ ਨਿਕਲਣਗੇ? ਜੁਡੀਸ਼ਰੀ ਵਿਦਆਊਟ ਸਬੂਤ ਤਾਂ ਕੁਝ ਨਹੀਂ ਕਹਿੰਦੀ, ਕੋਈ ਇਹਦੇ ਸਬੂਤ ਦੀ ਲੋੜ ਹੀ ਨਹੀਂ ਹੈ, ਇਸ ਕਾਨੂੰਨ ਦੇ ਵਿੱਚ ਸਬੂਤ ਦੀ ਲੋੜ ਹੀ ਨਹੀਂ ਹੈ। ਕੁੜੀ ਨੇ ਕੰਪਲੇਂਟ ਕਰਾਤੀ ਹੋਈ ਕਾਫੀ ਹੈ, ਬਸ ਤਿਮਾਨ ਸਾਹਿਬ ਤੁਸੀਂ ਕਵਰੇਜ ਕਰਦੇ ਰਹੇ ਹੋ, ਕਦੇ ਤੁਸੀਂ ਐਵੇਂ ਦੀ ਕੋਈ ਗੱਲ ਸੁਣੀ ਹੈ ਜਿਸ ਤਰ੍ਹਾਂ ਦੀ ਗੱਲਾਂ ਕਰ ਰਹੇ ਨੇ ਭਾਰਦਵਾਜ ਸਾਹਿਬ ਕਿ ਕੁੜੀ ਨੇ ਲਿਖਾਤਾ ਮੇਰੇ ਨਾਲ ਬਲਾਤਕਾਰ ਹੋ ਗਿਆ ਤੇ ਸਜ਼ਾ ਹੋ ਜਾਂਦੀ ਹੈ? ਭਾਰਦਵਾਜ ਸਾਹਿਬ ਨੇ ਦੋ ਮਾਮਲੇ ਚੁੱਕੇ ਨੇ, ਇੱਕ ਤਾਂ ਜਿਹੜਾ ਕਾਨੂੰਨ ਬਣਾਇਆ ਉਹਦੇ ਬਾਰੇ ਚੁੱਕਿਆ, ਉਹ ਕਾਨੂੰਨ ਜਿਸ ਤੇ ਵੀ ਲੱਗਦਾ ਉਹ ਅੰਦਰ ਉਹਨੂੰ ਕਰ ਸਕਦੇ ਆ, ਇਸ 'ਚ ਕੋਈ ਸ਼ੱਕ ਨਹੀਂ। ਗੱਲ ਤਾਂ ਇਹ ਹੈ ਵੀ ਇਸ ਆਪਾਂ ਸਪੈਸੀਫਿਕ ਕੇਸ ਅੰਦਰ ਕਰ ਸਕਦੇ, ਬਾਹਰ ਨਹੀਂ ਨਿਕਲ ਸਕਦਾ। ਉਹ ਠੀਕ ਹੈ, ਆਪਾਂ ਸਪੈਸੀਫਿਕ ਕੇਸ ਦੀ ਗੱਲ ਕਰ ਰਹੇ ਹਾਂ ਆਸਾਰਾਮ ਦੇ। ਜਿਹੜਾ ਕੇਸ ਇਹ ਹੋਇਆ ਹੈ, ਟ੍ਰਾਇਲ ਹੋਇਆ, ਪਹਿਲਾਂ ਇਨਵੈਸਟੀਗੇਸ਼ਨ ਏਜੰਸੀ ਨੇ ਕੀਤਾ, ਫਿਰ ਕਮਿਟ ਹੋਇਆ ਕੇਸ ਕਮਿਟ ਕਰਕੇ ਟ੍ਰਾਇਲ ਹੋਇਆ, ਟ੍ਰਾਇਲ ਤੋਂ ਬਾਅਦ ਜੱਜ ਨੇ ਫੈਸਲਾ ਦਿੱਤਾ। ਅਜੇ ਹੋਰ ਹਾਈ ਕੋਰਟ ਵੀ ਹੈਗਾ, ਸੁਪਰੀਮ ਕੋਰਟ ਵੀ ਹੈ। ਜਿਹੜਾ ਜੇ ਇਹ ਬੰਦਾ, ਜਿਹੜੇ ਹੋਰ ਦੋ ਬੰਦੇ ਹੋਰ ਨੇ ਨਾਲ ਜੋ ਬੇਕਸੂਰ ਨੇ, ਤੇ ਹਾਈ ਕੋਰਟ ਵੀ ਦੇਖ ਲੂਗਾ ਤੇ ਸੁਪਰੀਮ ਕੋਰਟ ਵੀ ਦੇਖ ਲੂਗਾ। ਆਪਾਂ ਅਦਾਲਤ ਦੇ ਫੈਸਲੇ ਤੇ ਕੋਈ ਆਪਾਂ ਇਹ ਨਹੀਂ ਕਹਿ ਸਕਦੇ, ਨਹੀਂ ਆਪਾਂ ਇਹ ਕਹਿ ਕੇ ਵੀ ਇਹ ਫੈਸਲਾ ਅਦਾਲਤ ਦਾ ਗਲਤ ਹੈ ਤਾਂ ਆਪਾਂ ਅਪੀਲ 'ਚ ਜਾਂਦੇ ਹਾਂ, ਵੀ ਆਪਾਂ ਕਹਿੰਦੇ ਹਾਂ ਵੀ ਇਹ ਅਦਾਲਤ ਦਾ ਫੈਸਲਾ ਗਲਤ, ਤਾਂ ਹੀ ਅਪੀਲ ਜਾਂਦੇ। ਫੈਸਲਾ ਗਲਤ ਨਹੀਂ ਹੈ, ਕਾਨੂੰਨ ਗਲਤ ਹੈ, ਕਾਨੂੰਨ ਦੇ ਵਿਰੋਧ ਖੜੇ ਹੋਵਾਂਗੇ ਅਸੀਂ। ਉਹ ਠੀਕ ਹੈ, ਤੁਹਾਡੀ ਗੱਲ ਠੀਕ ਹੈ, ਪਰ ਆਸਾਰਾਮ ਨੂੰ ਜਿਹੜੀ ਸਜ਼ਾ ਹੋਈ ਜਾਂਦਾ ਭਾਰਦਵਾਜ ਸਾਹਿਬ ਦੀ ਡਬਲ ਸਟੈਂਡਰਡ ਕਿਉਂ ਹੁੰਦਾ? ਫਿਰ ਤੁਸੀਂ ਹੱਥਾਂ 'ਚ ਮੋਮਬੱਤੀਆਂ ਤੇ ਮਸ਼ਾਲਾਂ ਲੈ ਕੇ ਕਿਉਂ ਜਾਂਦੇ ਹੋ? ਉਹਦੇ ਤੇ ਖੜੇ ਹੋਵਾਂਗੇ, ਮਿਲਿਆ ਜੀ ਬਲਾਤਕਾਰ ਹੋ ਗਿਆ, ਜਦੋਂ ਬਲਾਤਕਾਰ ਅਜਿਹੇ ਬਾਬੇ ਕੋਈ ਕਰਦੇ ਨੇ ਤਾਂ ਤੁਸੀਂ ਕਹਿੰਦੇ ਕਾਨੂੰਨ ਗਲਤ ਹੋ ਗਿਆ। ਜਿੱਥੇ ਕਾਨੂੰਨਾ ਕੰਮ ਹੋਇਆ ਉੱਥੇ ਅਸੀਂ ਖੜੇ ਹੋਵਾਂਗੇ ਆਪਣੀ ਭੈਣਾਂ ਵਾਸਤੇ। ਇਹ ਚੰਗਾ ਕੰਮ ਹੋਇਆ, ਮਾਮਾ ਭੈਣਾਂ ਵਾਸਤੇ, ਇੱਥੇ ਚੰਗਾ ਕੰਮ ਹੋ ਗਿਆ। ਇੱਥੇ ਚੰਗਾ ਕੰਮ ਹੋਇਆ, ਜੇ ਬਾਬੇ ਨੇ ਕੀਤਾ ਤਾਂ ਚੰਗਾ ਹੋ ਗਿਆ, ਆਮ ਕਿਸੇ ਬੁਰਾ ਨੇ ਕੀਤਾ ਤਾਂ ਬੁਰਾ ਹੋ ਗਿਆ। ਕੋਈ ਬਾਬੇ ਦਾ ਨਹੀਂ, ਜਿੱਥੇ ਛੜਯੰਤਰ ਉੱਥੇ ਉਹਦਾ ਵਿਰੋਧ ਕਰਾਂਗੇ। ਪ੍ਰੋਫੈਸਰ ਸਾਹਿਬ, ਮੈਂ ਇਹ ਕਹਿਣਾ ਕਿ ਤੁਸੀਂ ਦੇਖੋ, ਜੇ ਹੁਣ ਗੱਲ ਕਰਨੀ ਖੁੱਲ ਕੇ ਤੇ ਖੁੱਲ ਕੇ ਕਰੋ। ਬਿਲਕੁਲ। ਕੀ ਜਿਹੜੇ ਯੂਪੀ ਦੇ ਚੀਫ ਮਿਨਿਸਟਰ ਉਹਨਾਂ ਤੇ ਇਹੋ ਜਿਹੇ ਕੋਈ
ਇੱਕ ਪੁਰਾਣਾ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਕੇਸ ਹੈਗੇ ਆ ਔਰ ਉਹ ਬਾਬੇ ਦਾ ਰੂਪ ਵੀ ਲੈਂਦੇ ਆ। ਮੱਧ ਪ੍ਰਦੇਸ਼ 'ਚ ਪਤਾ ਨਹੀਂ 4 ਕੇ 6 ਬਾਬਿਆਂ ਨੂੰ ਸਹੁੰ ਚੁਕਾਤੀ ਆ। मतलब ਅਸੀਂ ਬਾਬੇ ਇਨਸਾਨ ਨਹੀਂ ਹੈ। ਚਲੋ ਨਹੀਂ ਬਿਲਕੁਲ ਠੀਕ ਹੈ। ਬਾਬਿਆਂ ਵਾਲਾ ਕੰਮ ਕਰ, ਪੋਲੀਟੀਸ਼ੀਅਨ ਵਾਲਾ ਕੰਮ ਕਰਨ। ਜੇ ਤੁਸੀਂ ਲੜ ਗੱਡ ਕਰੋਗੇ, ਜੇ ਲੜ ਗੱਡ ਕਰੋਗੇ ਤਾਂ ਇਹੋ ਕੁਝ ਨਹੀਂ ਹੈ। ਇਹ ਬਾਬੇ ਵੋਟ ਬੈਂਕ ਹੈ। ਸਮਾਜ 'ਚ ਰਹਿ ਕੇ ਉਹ ਸਮਾਜ ਦੀ ਗੱਲ ਸੁਣ। ਤੁਸੀਂ ਬੋਲਣ ਬਾਬਿਆਂ ਨੂੰ ਭਾਰਦਵਾਜ ਜੀ, ਇਹ ਬਾਬੇ ਜਿਹੜੇ ਆ ਬਾਬੇ ਰੋਲ ਮਾਡਲ ਨੇ। ਨਹੀਂ ਰੋਲ ਮਾਡਲ ਨੇ ਨਾ। ਤੁਸੀਂ ਲੱਖਾਂ ਤੁਹਾਡੇ ਭਗਤ ਨੇ ਔਰ ਤੁਸੀਂ ਅਜਿਹੇ ਕੰਮ ਕਰੋਗੇ। ਬਿਲਕੁਲ ਨਹੀਂ ਕਰਦੇ। ਛੜਿੰਤਰ ਹੈ। ਤੁਸੀਂ ਲੋਕਾਂ ਨੂੰ ਕੀ ਸੁਣਿਆ ਦੇ ਰਹੇ ਹੋ? ਕਿਤੇ ਵੀ ਰਚੇ ਜਾ ਸਕਦੇ ਆ, ਕਿਤੇ ਵੀ ਛੜਿੰਤਰ ਰਚੇ ਜਾ ਸਕਦੇ। ਜਿਹੜਾ ਬੰਦਾ ਕਿਸੇ ਦੀ ਬੁਲੰਦੀ ਬਰਦਾਸ਼ਤ ਨਹੀਂ ਕਰਦਾ, ਸਮਾਜ ਨੂੰ ਖੜਾ ਨਹੀਂ ਦੇਖਣਾ ਚਾਹੁੰਦਾ। ਜੇ ਅਸੀਂ ਸਾਰਿਆਂ ਨੂੰ ਜਿਹੜੇ ਸਮਾਜ ਖੜਾ ਹੋ ਰਿਹਾ ਸੀ ਛੜਿੰਤਰ ਸ਼ੁਰੂ ਕਰ ਦਿੱਤੇ। ਭਾਰਦਵਾਜ ਜੀ, ਜੇ ਆਪਾਂ ਸਾਰਿਆਂ ਨੂੰ ਟੋਕੋਗੇ ਨਾ ਤੁਸੀਂ, ਤੇ ਲੋਕਾਂ ਨੂੰ ਇਹ ਲੱਗੂਗਾ ਕਿ ਕੋਈ ਦਾਲ 'ਚ ਕਾਲਾ ਆ। ਆਪਾਂ ਆਪਣੀ ਸਲੌਟ 'ਚ ਕੰਮ ਕਰੀਏ ਤਾਂ ਲੋਕਾਂ ਨੂੰ ਜ਼ਿਆਦਾ ਵਧੀਆ ਲੱਗੂਗਾ। ਮੇਰਾ ਤੇ ਇੰਨਾ ਹੀ ਕਹਿਣਾ ਹੈਗਾ ਹੈ ਕਿ ਦੇਖੋ, ਇਹ ਵੋਟ ਬੈਂਕ ਹੈਗੇ ਆ। ਬਾਬੇ ਬਿਨਾ ਪੋਲੀਟੀਕਲ ਪੈਟਰਨੇਜ ਤੋਂ ਨਹੀਂ ਬਚ ਸਕਦੇ। ਨਾ ਸਮਗਲਰ ਬਚ ਸਕਦੇ ਆ, ਨਾ ਹੋਰ ਕਿਸਮ ਦੇ ਜਿਹੜੇ ਗੈਂਗਸਟਰ ਆ ਪਾਲੇ ਜਾਂਦੇ ਆ। ਬਚਣਾ ਤੇ ਕੀ ਆ, ਪਾਲੇ ਜਾਂਦੇ। ਗੁਰੂ ਨਾਨਕ ਦੇਵ ਜੀ ਦੇ ਬਾਰੇ ਇਦਾਂ ਗੱਲ ਕਹੋਗੇ ਤੁਸੀਂ? ਮੈਂ ਸਾਰੇ ਪੈਨਲ ਨੂੰ ਇੱਕ ਮਿੰਟ, ਭਾਰਦਵਾਜ ਸਾਹਿਬ, ਮੈਂ ਇੱਕ ਰਿਕੁਐਸਟ ਸਾਰੇ ਪੈਨਲ ਨੂੰ ਕਰਾਂਗਾ। ਅਸੀਂ ਕਿਸੇ ਵੀ ਗੁਰੂ ਮਹਾਰਾਜ ਦਾ ਨਾਮ ਇੱਥੇ ਨਾ ਲਈਏ। ਅਸੀਂ ਕਿਸੇ ਦੀ ਤੁਲਨਾ ਕਿਸੇ ਗੁਰੂ ਨਾਲ ਨਹੀਂ ਕਰ ਰਹੇ। ਤੁਹਾਨੂੰ ਆਪਣੇ ਭਾਰਦਵਾਜ ਸਾਹਿਬ ਤੁਹਾਨੂੰ ਆਪਣੇ ਸ਼ਬਦ ਵਾਪਸ ਲੈਣੇ ਪੈਣਗੇ। ਜਿਹੜੇ ਭਗਵਾਨ ਕ੍ਰਿਸ਼ਨ ਦੀ ਗੱਲ ਕਰੋ, ਆਪਣੇ ਸ਼ਬਦ ਵਾਪਸ ਲੈਣੇ ਪੈਣਗੇ। ਆਪਣੇ ਸ਼ਬਦ ਵਾਪਸ ਲੈਣਾ ਬਿਲਕੁਲ ਇਹੋ ਜਿਹੀ ਗੱਲ ਕੜਤਣ ਵਾਲੀ ਗੱਲ ਨਾ ਕਰੋ ਜਿਹੜੀ ਕੋਈ ਮਤਲਬ ਨਹੀਂ ਗਾ। ਤੁਸੀਂ ਪਹਿਲੀ ਵਾਰੀ ਬੈਠੇ ਪਹਿਲੀ ਵਾਰੀ ਬੈਠੇ ਮੇਰੇ ਨਾਲ ਦਿੱਤੀ ਹੈ ਵੀ ਕਿਸੇ ਦੀ ਆਸ ਦੇ ਨਾਲ ਤੁਸੀਂ ਕੋਈ ਖਿਲਵਾੜ ਨਾ ਕਰੋ। ਕਿਸੇ ਆ ਗਿਆ ਭਗਵੇ ਕੱਪੜੇ ਪਾਏ ਜਾਂਦੇ ਦੇ ਦਿਓ ਆ ਗਿਆ। ਇਹ ਕੌਣ ਹੁੰਦੇ ਬ੍ਰਿਸ਼ੀ ਜਾਂਦੇ? ਹਾਂਜੀ ਮਨਜੀਤ ਜੀ, ਦੇਖੋ ਉਹਨਾਂ ਦੇ ਅਸੀਂ ਰਿਸਪੈਕਟ ਕਰਦੇ ਆ। ਉਹ ਕਿਸੇ ਚੀਜ਼ ਨੂੰ ਵੀ ਮੰਨ ਸਕਦੇ। ਇੱਥੇ ਸਾਡੇ ਲੋਕ ਸੱਪਾਂ ਦੀ ਪੂਜਾ ਕਰਦੇ ਆ, ਦਰਖਤਾਂ ਦੀ ਪੂਜਾ ਕਰਦੇ ਆ, ਇੱਕ ਮਿੰਟ ਪੱਥਰਾਂ ਦੀ ਪੂਜਾ ਕਰਦੇ ਆ। ਤੇ ਆਸਾਰਾਮ ਦੀ ਵੀ ਪੂਜਾ ਕੀਤੀ ਜਾ ਸਕਦੀ ਹੈ। ਕਿਉਂ ਨਹੀਂ? ਹਰ ਇੱਕ ਨੂੰ ਅਧਿਕਾਰ ਹੈ। ਸਾਨੂੰ ਕੋਈ ਦਿੱਕਤ ਨਹੀਂ। ਇਹਨਾਂ ਦੇ ਜਿਹੜੇ ਭਾਵਕ ਬਹੁਤ ਹੈਗੇ ਆ, ਉਹਨਾਂ ਦੇ ਨਾਲ ਸੰਬੰਧ ਹੈਗੇ, ਅਸੀਂ ਉਹਦੀ ਵੀ ਰਿਸਪੈਕਟ ਕਰਦੇ। ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਅਸੀਂ ਇਹ ਗੱਲ ਜਿਹੜੀ ਦੂਜੇ ਲੈਵਲ ਤੇ ਕਰ ਰਹੇ ਹਾਂ ਕਿ ਇਹ ਕਹਿੰਦੇ ਕਿ ਕਾਨੂੰਨ ਇਹੋ ਜਿਹਾ ਬਣਾਤਾ ਜਿਹਨੂੰ ਮਰਜ਼ੀ ਜਿਵੇਂ ਵਰਤਿਆ ਜਾ ਸਕਦਾ, ਮੈਨੀਪੂਲੇਟ ਕੀਤਾ ਜਾ ਸਕਦਾ। ਮੈਨੂੰ ਇਹ ਦੱਸਣ ਸਵਾਲ ਇੱਥੇ ਖੜਾ ਹੁੰਦਾ ਕਿ ਰਾਜਸਥਾਨ 'ਚ ਸਰਕਾਰ ਬੀਜੇਪੀ ਦੀ RSS ਦੇ ਨਾਲ ਜਿਹੜੀ ਸੰਬੰਧਿਤ ਆ, ਦਿੱਲੀ ਦੇ ਵਿੱਚ ਸਰਕਾਰ ਬੀਜੇਪੀ ਦੀ ਜਿਹੜੀ RSS ਨਾਲ ਸੰਬੰਧਿਤ ਆ, ਤੇ 4 ਸਾਲ ਹੋ ਗਏ ਆ, ਹੈ ਨਾ। ਇੱਕ ਮਿੰਟ ਜੀ, ਜੇ ਕਾਨੂੰਨ ਇੰਨਾ ਲੂਜ਼ ਹੈ, ਜੇ ਕਾਨੂੰਨ ਇੰਨਾ ਲੂਜ਼ ਹੈ ਤੇ ਕਿਉਂ ਨਹੀਂ ਵਰਤਿਆ ਗਿਆ? ਉਹਨੂੰ ਵੀ ਆਪਣੇ ਮੈਨੀਪੂਲੇਟ ਕਿਉਂ ਨਹੀਂ ਕਰਨਾ ਹੈ? ਇਸ ਕਰਕੇ ਇਹ ਗੱਲ ਜਿਹੜੀ ਤੁਸੀਂ ਕਹਿੰਦੇ ਆ ਨਾ, ਇਹ ਗੱਲ ਦਾ ਕੋਈ ਮਤਲਬ ਨਹੀਂ। ਲੌਜੀਕ ਵੀ ਲੈ ਲਾਂਗੇ ਨਾ, ਕਾਨੂੰਨੀ ਪੱਖ ਵੀ ਲੈ ਲਾਂਗੇ। ਦੇਖੋ, ਜਿਹੜੀ ਮੇਨ ਗੱਲ ਹੈ ਕਿ ਜਿਸ ਸਰਜ਼ਮੀਨ ਤੇ ਅਸੀਂ ਬੈਠ ਕੇ ਡਿਬੇਟ ਕਰ ਰਹੇ ਹਾਂ ਉਹ ਪੰਜਾਬ ਦੀ ਧਰਤੀ ਹੈ। ਪੰਜਾਬ ਦੇ ਅੰਦਰ ਵੀ ਬਹੁਤ ਸਾਰੇ ਡੇਰਾਵਾਦ, ਬਹੁਤ ਕੁਝ ਇਸ ਤਰ੍ਹਾਂ ਦਾ ਹੈਗਾ ਜਿਸ ਦੇ ਬਾਰੇ ਅਸੀਂ ਪਿਛਲੇ ਸਮੇਂ 'ਚ ਵੀ ਮੰਗ ਕੀਤੀ। ਅੱਜ ਇੱਕ ਵਾਰ ਫਿਰ ਮੰਗ ਕਰਦੇ ਹਾਂ ਕਿ ਆਲ ਡੇਰੇ ਜਿਹੜੇ ਆ ਉਹਨਾਂ ਦੀ ਸਕਰੀਨਿੰਗ ਹੋਣੀ ਚਾਹੀਦੀ ਹੈ ਔਰ ਇਹ ਪਤਾ ਕੀਤਾ ਜਾਣਾ ਚਾਹੀਦਾ ਹੈ। ਕੋਈ ਨੂਰ ਮਹਿਲੀਆ ਬਣ ਕੇ ਬੈਠ ਗਿਆ, ਕੋਈ ਕਿਤੇ ਬੈਠ ਗਿਆ, ਨੂਰ ਮਹਿਲੀਆ ਬਣ ਕੇ ਬੈਠ ਗਿਆ। ਚਲੋ ਤੁਸੀਂ, ਹਾਂ ਮੈਂ ਗੱਲ ਕਰਦਾ, ਇਹ ਜਿਹੜੇ ਆ ਇੱਕ ਵਾਰ ਪੂਰੀ ਸਕਰੀਨਿੰਗ ਹੋਵੇ ਔਰ ਜਿਨ੍ਹਾਂ ਦੇ ਉੱਪਰ ਦੋਸ਼ ਲੱਗੇ ਆ ਪਿਛਲੇ ਸਮੇਂ ਦੇ ਵਿੱਚ, ਬਹੁਤ ਸਾਰੇ ਬਾਬਿਆਂ ਦੀਆਂ ਵੀਡੀਓ, ਬਹੁਤ ਸਾਰੇ ਬਾਬਿਆਂ ਦੇ ਉੱਪਰ ਦੋਸ਼ ਲੱਗੇ ਆ, ਉਹਨਾਂ ਦੀ ਸਾਰਿਆਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਔਰ ਇੱਕ ਕਾਨੂੰਨੀ ਸੈੱਲ ਜਿਹੜਾ ਉਹ ਸਥਾਪਿਤ ਕੀਤਾ ਜਾਣਾ ਚਾਹੀਦਾ। ਘੱਟੋ ਘੱਟ ਅਸੀਂ ਬਾਹਰ ਬੜੀ ਦੂਰ ਤੱਕ ਗੱਲ ਕਰ ਰਹੇ ਹਾਂ, ਘੱਟੋ ਘੱਟ ਅਸੀਂ ਆਪਣੇ ਪੰਜਾਬ ਦਾ ਸੁਧਾਰ ਕਰ ਪਰ ਛੜਿੰਤਰਕਾਰੀ ਨਹੀਂ ਹੋਣੇ ਚਾਹੀਦੇ। ਨਹੀਂ ਚਲੋ ਦੇਖੋ, ਬਥੇਰੇ ਅਜਿਹੇ ਕੇਸ ਆਂਦੇ ਹੋਣੇ ਆ, ਜਿਵੇਂ ਵਿਜੇ ਭਾਰਦਵਾਜ ਜੀ ਕਹਿ ਰਹੇ ਨੇ, ਛੜਯੰਤਰ ਦਾ ਹਿੱਸਾ ਵੀ ਬਣਦੇ ਆ, ਬਥੇਰੇ ਅਜਿਹੇ ਕੇਸ ਆਂਦੇ ਨੇ। ਪਰ ਮੈਂ ਸਵਾਲ ਇਹ ਚੁੱਕਣਾ ਚਾਹੁੰਦਾ ਕਿ ਜਦੋਂ ਅਜਿਹੇ ਕੋਈ ਛੜਯੰਤਰ ਦੀ ਗੱਲ ਹੁੰਦੀ ਹੈ ਤਾਂ ਤੁਹਾਨੂੰ ਕਿਸੇ ਨਾ ਕਿਸੇ ਤੇ ਤਾਂ ਯਕੀਨ ਕਰਨਾ ਹੀ ਪੈਣਾ ਨਾ। ਜਾਂਚ ਏਜੰਸੀਆਂ ਤੇ ਤੁਹਾਨੂੰ ਯਕੀਨ ਕਰਨਾ ਪੈਣਾ, ਤੁਹਾਨੂੰ ਪੁਲਿਸ ਤੇ ਯਕੀਨ ਕਰਨਾ ਪੈਣਾ, ਤੁਹਾਨੂੰ ਨਿਆਂਪਾਲਿਕਾ ਤੇ ਯਕੀਨ ਕਰਨਾ ਪੈਣਾ। ਇੱਕ ਮਿੰਟ ਭਾਰਦਵਾਜ ਸਾਹਿਬ, ਮੈਨੂੰ ਗੱਲ ਖਤਮ ਕਰ ਲੈਣ ਦਿਓ। ਜਦੋਂ ਫੈਸਲਾ ਆ ਗਿਆ, ਜਦੋਂ ਅਸੀਂ ਇਹ ਮੰਨ ਲਿਆ ਕਿ ਤੁਸੀਂ ਇੱਕ ਭਾਰਤ ਦੇ ਕਾਨੂੰਨ ਦਾ ਇੱਕ ਹਿੱਸਾ ਹੋ, ਤਾਂ ਤੁਹਾਨੂੰ ਮੰਨਣਾ ਹੀ ਪੈਣਾ। ਫਿਰ ਜਦੋਂ ਤੁਸੀਂ ਛੜਯੰਤਰ ਦੀ ਗੱਲ ਕਰਦੇ ਹੋ, 5 ਸਾਲ ਦਾ ਪੂਰਾ ਟ੍ਰਾਇਲ ਹੋਇਆ, ਉਹਦੇ ਵਿੱਚ ਛੜਯੰਤਰ ਦੀ ਬੂ ਕਿਵੇਂ ਆ ਸਕਦੀ? ਮੈਂ ਦੱਸਦਾ ਤੁਹਾਨੂੰ। ਇਹਦੇ ਵਿੱਚ ਤੁਸੀਂ ਕਹਿ ਰਹੇ ਹੋ ਵੀ ਹਾਂ ਵੀ ਉਹ ਜਿਹੜਾ ਸਜ਼ਾ ਦੇਤੀ ਹੋਣੀ ਚਾਹੀਦੀ, ਉਹਦੇ ਹੁਣ ਅਸੀਂ ਆਪਣੇ ਸਾਹਮਣੇ ਬੰਦੇ ਨੂੰ ਮਰਦਾ ਕਿੱਦਾਂ ਦੇ ਸਕਦੇ? ਸਾਨੂੰ ਪਤਾ ਵੀ ਇਸ ਕਾਨੂੰਨ ਦੇ ਤਹਿਤ ਉਹਨੂੰ ਸਜ਼ਾ ਹੋਣੀ ਹੀ ਹੋਣੀ ਹੈ। ਕੁਝ ਤੁਸੀਂ ਉਹਦੀ ਡਿਫੈਂਸ ਕਰ ਹੀ ਨਹੀਂ ਸਕਦੇ, ਹੈ ਹੀ ਨਹੀਂ, ਡਿਫੈਂਸ ਹੀ ਨਹੀਂ ਉਹਦੇ ਵਿੱਚ।
ਕੋਈ ਰਸਤਾ ਹੀ ਨਹੀਂ ਅਸਲ 'ਚ ਡਿਫੈਂਸ ਦਾ। ਤੁਹਾਡਾ ਮਸਲਾ ਇਹਨਾਂ ਦੀ ਇੱਕ ਪ੍ਰੋਬਲਮ ਚੱਲ ਰਹੀ ਹੈ, ਇਹਨਾਂ ਦੀ ਇੱਕ ਪ੍ਰੋਬਲਮ ਚੱਲ ਰਹੀ ਹੈ। ਪ੍ਰਵੀਨ ਤੋਗੜੀਆ ਜਿਨ੍ਹਾਂ ਦੇ ਇਹ ਨੇਤਾ ਨੇ, ਇਹਨਾਂ ਦਾ ਜਿਹੜਾ ਸੀਨੀਅਰ ਨੇਤਾ ਉਹ ਬੜਾ ਰੋਇਆ ਸੀ ਪ੍ਰੈਸ ਦੇ ਸਾਹਮਣੇ ਆ ਕੇ ਕਿ ਮੈਨੂੰ ਮੋਦੀ ਸਾਹਿਬ ਮਰਵਾਉਣਾ ਚਾਹੁੰਦੇ ਆ। ਮੇਰੀ ਗੱਲ ਸੁਣੋ ਹੁਣ ਤੁਸੀਂ ਦੇਖੋ, ਮੈਂ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਅਫੈਕਟਡ ਜੇ, ਇਹ ਤੁਹਾਡੀ ਵੀ ਪੂਰੀ ਹੋ ਸਕਦੀ ਹੈ, ਲੇਕਿਨ ਇਸ ਤਰ੍ਹਾਂ ਦਾ ਮੈਂ ਸਮਝ ਗਿਆ ਤੁਸੀਂ ਤੁਹਾਡੇ ਨਾਲ ਵਜੂਦ ਨਹੀਂ ਹੈ। ਠੀਕ ਹੈ, ਚਲੋ ਆਪਾਂ ਇਸ ਕੇਸ ਤੇ ਅਸੀਂ ਤੋੜੀ ਦੇ ਨਾਲ ਖੜੇ ਆ। ਠੀਕ ਹੈ, ਡਟ ਕੇ ਖੜਾਂਗੇ ਅਸੀਂ। ਇੱਕ ਮਿੰਟ ਹਾਂਜੀ ਧਾਰਨੀ ਸਾਹਿਬ। ਦੇਖੋ ਵਿਜੇ ਜੀ ਜ਼ਿਆਦਾ ਭਾਵੁਕ ਹੋ ਗਏ। ਦੇਖੋ ਇਹਨਾਂ ਨੂੰ ਆਪਣੀ ਗੱਲ ਕਹਿਣ ਦਾ ਜੋ ਮਰਜ਼ੀ ਹੱਕ ਹੈ, ਬਾਕੀ ਜਿਹੜਾ ਵੀ ਕੁਝ ਕਹਿੰਦੇ ਆ ਜਵਾਬ ਆਪਣੇ ਟਾਈਮ ਦੇ ਵਿੱਚ ਦੇਣ, ਕਿਉਂਕਿ ਲੱਖਾਂ ਕਰੋੜਾਂ ਦੀ ਜਨਤਾ ਦੇਖ ਰਹੀ ਆ ਔਰ ਉਹ ਚਾਹੁੰਦੇ ਆ ਕਿ ਇੱਕ ਡੈਕੋਰਮ ਦੇ ਵਿੱਚ ਇੱਕ ਡਿਬੇਟ ਹੋਣੀ। ਪਤਾ ਲੱਗੇ। ਅੱਛਾ ਚਲੋ ਇੱਕ ਨਿੱਕਾ ਜਿਹਾ ਸਵਾਲ ਜਿਹੜਾ ਭਾਰਦਵਾਜ ਜੀ ਦਾ ਸਵਾਲ ਹੈ, ਉਹ ਸਵਾਲ ਇਹ ਹੈ ਕਿ ਇਹ ਇੱਕ ਕਾਨੂੰਨ ਅਜਿਹਾ ਹੈ ਜਿਹਦੇ ਵਿੱਚ ਕੋਈ ਵੀ ਵਿਅਕਤੀ ਕਿਸੇ ਵੇਲੇ ਵੀ ਫਸ ਸਕਦਾ, ਉਸ ਦੀ ਕੋਈ ਸੁਣਵਾਈ ਨਹੀਂ, ਉਹਨੂੰ ਸਜ਼ਾ ਹੋਏਗੀ ਹੋਏਗੀ। ਨਹੀਂ ਦੇਖੋ, ਇਹ ਭਾਰਤਵਾਜ ਜੀ ਨੇ ਜੋ ਕਿਹਾ ਨਾ ਕਿਸੇ ਹੱਦ ਤੱਕ, ਕਾਫੀ ਹੱਦ ਤੱਕ ਠੀਕ ਹੈ। ਇਸ ਕਾਨੂੰਨ ਦੇ ਵਿੱਚ ਜਦੋਂ ਇੱਕ ਇਨਵੈਸਟੀਗੇਟਿੰਗ ਏਜੰਸੀ ਨੇ ਇੱਕ ਚਲਾਨ ਬਣਾ ਕੇ ਭੇਜਤਾ, ਇਨਵੈਸਟੀਗੇਸ਼ਨ ਪੂਰੀ ਕਰਕੇ ਭੇਜਤੀ ਔਰ ਜੱਜ ਦੇ ਸਾਹਮਣੇ ਗਵਾਹ ਜਿਹੜੇ ਹੈਗੇ ਪੂਰੇ ਭੁਗਤ ਜਾਂਦੇ ਆ, ਕਿਉਂਕਿ ਸਭ ਤੋਂ ਜ਼ਿਆਦਾ ਮਿਸਯੂਜ਼ ਜਿਹੜਾ ਇਸੇ ਲਾਅ ਦਾ ਹੋ ਰਿਹਾ। ਕਿਉਂਕਿ ਦੇਖੋ ਸਾਡੇ ਕੋਲ ਰੇਪ ਕੇਸਿਸ ਆਉਂਦੇ ਆ, ਕੰਸੈਂਟ ਕਨਵਰਟਡ ਇਨਟੂ ਜਿਹੜੇ ਹੈਗੇ ਆ ਰੇਪ ਬਣ ਜਾਂਦੇ ਆ। ਇਹ ਚੀਜ਼ ਜਿਹੜੀ ਹੈਗੀ ਆ ਕਾਫੀ, ਪਰ ਇਸ ਕੇਸ ਦੇ ਵਿੱਚ ਨਹੀਂ। ਭਾਰਤਵਾਜ ਸਾਹਿਬ ਸੁਣੋ ਮੇਰੀ ਗੱਲ, ਜਿੱਥੇ ਮਾਈਨਰ ਆ ਗਿਆ, ਜਿੱਥੇ ਪੌਕਸੋ ਐਕਟ ਲੱਗ ਗਿਆ, ਉਸ ਗੱਲ ਦੇ ਵਿੱਚ ਦੇਖੋ ਹੁਣ ਇਹਦੇ ਵਿੱਚ ਸਰਕਮਸਟੈਂਸਸ ਦੀ ਗੱਲ ਦੱਸਦਾ। ਇਹ ਜਿਹੜੇ ਬਾਬਾ ਆਪਣੇ ਆਸ਼ਾ ਰਾਮ ਜੀ ਸੀ, ਇਹ ਸਟੋਰੀ ਹੈ। ਇੱਕ ਮਿੰਟ ਗੱਲ ਸੁਣੋ, ਚਲੋ ਗੱਲ ਤਾਂ ਸੁਣੋ, ਗੱਲ ਸੁਣੋ। ਸਟੋਰੀ ਬਣਾ ਕੇ ਕੇਸ ਬਣਾਇਆ ਗਿਆ। ਦੇਖੋ ਮੈਂ ਦੱਸ ਰਿਹਾ ਹਾਂ, ਮੈਂ ਪਹਿਲਾਂ ਚਲੋ ਇੱਕ ਮਿੰਟ, ਇਹ ਸਟੋਰੀ ਅਦਾਲਤ ਦੇ ਵਿੱਚ ਰੱਖੀ ਗਈ, ਅਦਾਲਤ ਰੱਖੀ ਗਈ, ਸਟੋਰੀ ਪਹਿਲਾਂ ਬਣਾਈ ਗਈ। ਚਲੋ ਸੁਣ ਲੈਣੇ, ਸਟੋਰੀ ਦਾ ਕੋਈ ਤੋੜ ਨਹੀਂ ਹੈ। ਇਸ ਸਟੋਰੀ ਦੀ ਛੱਡ ਦੋ ਗੱਲ ਨੂੰ। ਇਸ ਤੋਂ ਪਹਿਲਾਂ ਜਦੋਂ ਨਿਰਭਇਆ ਕੇਸ ਹੋਇਆ, ਉਸ ਦੇ ਵਿੱਚ ਬਾਪੂ ਆਸਾ ਰਾਮ ਦੀ ਇੱਕ ਸਟੇਟਮੈਂਟ ਆਈ ਸੀ। ਉਹਨਾਂ ਨੇ ਸਟੇਟਮੈਂਟ ਦੇ ਵਿੱਚ ਕੀ ਗੱਲ ਕਹੀ ਸੀ? ਇਹ ਗੱਲ ਕਹੀ ਸੀ ਕਿ ਜਿੰਨਾ ਦੋਸ਼ੀਆਂ ਦਾ ਕਸੂਰ ਹੈ ਉਨਾ ਹੀ ਨਿਰਭਇਆ ਦਾ ਕਸੂਰ ਹੈ। ਦੇਖੋ ਇੱਕ ਸੰਤ ਜਿਹੜਾ ਲੋਕਾਂ ਲਈ ਮਤਲਬ ਆਪਣਾ ਤਿਆਗ ਦਾ ਜੀਵਨ ਜੀ ਰਿਹਾ, ਉਸ ਨੇ ਇਹਨਾਂ ਕੇਸਾਂ ਦੇ ਵਿੱਚ ਆਪਣੀ ਕਿਉਂ ਦੇ ਦੇਣੀ? ਔਰ ਨਾਲ ਹੀ ਇੱਕ ਮਿੰਟ ਹੈ, ਮੈਂ ਆਪਣੀ ਬੇਟੀ ਨੂੰ ਕਹਾਂ ਕਿ ਰਾਤ ਦੇ 12 ਵਜੇ ਦੀ ਬਜਾਏ ਤੂੰ 8 ਵਜੇ ਆ ਜਾ ਕਰ, ਤੇ ਮੈਂ ਬਹੁਤ ਵੱਡਾ ਕ੍ਰਾਈਮ ਕਰਤਾ ਆਪਣੀ ਬੇਟੀ ਨੂੰ ਇਹ ਗੱਲ ਕਹਿ ਕੇ। ਦੇਖੋ ਨਾਲ ਦੀ ਨਾਲ ਕਿਉਂ ਨਾ ਰਹੇ ਬਾਹਰ, ਕਿਉਂ ਨਾ ਰਹੇ ਬਾਹਰ, ਬਹੁਤ ਵੱਡਾ ਕ੍ਰਾਈਮ। ਨਹੀਂ ਤੁਹਾਡੇ ਵਰਗੇ ਬਾਹਰ ਆਏ ਬਈ ਇਹੀ ਗੱਲ ਕਰ ਲਿਆ, ਅਸੀਂ ਬਿਲਕੁਲ ਗੱਲ ਕਰ ਲਿਆ। ਕਹਿੰਦੇ ਵੀ ਹਮੇ ਇਹੀ ਨੇ ਤੋੜਨਾ ਚਾਹੀਦਾ। ਸ਼ਰਾਬਾਂ ਪੀ ਕੇ ਸੜਕਾਂ ਤੇ ਕਰ ਲਿਆ। ਤੁਹਾਡੇ ਵਰਗੇ ਬੰਦੇ ਚਾਹੁੰਦੇ ਆ ਅਸੀਂ 12 ਤੁਹਾਡੀ ਗੁਲਾਮ ਹੈ, ਤੁਹਾਡੀ ਗੁਲਾਮ ਹੈ। ਅੱਜ ਔਰ ਲੜਕੀਆਂ ਲਠੈਰ ਬਣੇ ਹੋਏ ਆ, ਲਠੈਰ ਬਣੇ ਹੋਏ ਆ, ਛੁੱਟਾਂ ਲਾਉਂਦੀਆਂ ਨੇ। ਇੱਕ ਮਿੰਟ ਭਾਰਦਵਾਜ ਸਾਹਿਬ, 12 ਵਜੇ ਤੱਕ ਅਸੀਂ ਬਾਹਰ ਰਹਿ ਸਕਦੇ ਤਾਂ ਕੁੜੀਆਂ ਬਾਹਰ ਨਹੀਂ ਰਹਿ ਬਿਲਕੁਲ ਰਹਿ ਸਕਦੀਆਂ, ਫਿਰ ਜੌਬ ਕਰਦੀਆਂ ਲੜਕੀਆਂ, ਕੰਮ ਕਰਨ ਵਾਲੀਆਂ ਕੁੜੀਆਂ। ਪਰ ਜਿਹੜੇ ਬੰਦੇ ਨਹੀਂ ਉਹ ਕੰਮ ਤੋਂ ਬਾਹਰ 12-1 ਵਜੇ ਨਿਕਲਦੀਆਂ, ਉਹਦੇ ਬਾਰੇ ਜੇ ਅਸੀਂ ਕਹਿੰਦੇ ਆ ਭਾਰਤਵਾਜ ਕਿੰਨੇ ਜਾਣਾ ਕਿੰਨੇ ਨਹੀਂ ਜਾਣਾ। ਭਾਰਤਵਾਜ ਸਾਹਿਬ ਤੁਸੀਂ ਇਹ ਗੱਲ ਕਹਿੰਦੇ ਆ ਕਿ ਜਿਹੜਾ ਬਾਪੂ ਆਸਾ ਰਾਮ ਨੇ ਉਦੋਂ ਇਹ ਬਿਆਨ ਦਿੱਤਾ ਸੀ ਉਹਨਾਂ ਦਾ ਠੀਕ ਸੀ? ਮੈਂ ਨਹੀਂ ਕਹਿੰਦਾ ਠੀਕ ਸੀਗਾ। ਫਿਰ ਮੈਂ ਇਹ ਵੀ ਨਾਲ ਕਹਿੰਦਾ ਵੀ ਜੇ ਮੈਂ ਆਪਣੀ ਬੇਟੀ ਨੂੰ ਕਹਿੰਦਾ ਬੇਟਾ ਤੂੰ ਰਾਤ ਨੂੰ 12 ਵਜੇ ਦੀ ਬਜਾਏ ਤੂੰ 8 ਵਜੇ ਆ ਜਾ ਕਰ, ਨਹੀਂ ਕਰ ਰਿਹਾ, ਆਪਣਾ ਮਾੜਾ ਨਹੀਂ ਕਰ ਰਿਹਾ। ਮੇਰੀ ਬੇਟੀ ਹੈ, ਮੈਂ ਆਪਣੀ ਬੇਟੀ ਬਾਰੇ ਸੋਚਦਾ। ਭਾਰਦਵਾਜ ਸਾਹਿਬ ਕਹਿ ਸਕਦੇ ਹੋ ਤੁਸੀਂ ਆਪਣੀ ਬੇਟੀ ਨੂੰ, ਕਿਸੇ ਦੀ ਬੇਟੀ ਨੂੰ ਇਹ ਨਹੀਂ ਕਹਿ ਸਕਦੇ ਤੂੰ 12 ਵਜੇ ਤੱਕ ਬਾਹਰ ਨਹੀਂ ਰਹਿਣਾ, ਤੂੰ 8 ਵਜੇ ਘਰ ਜਾ। ਇਹ ਉਹਦੀ ਆਪਣੀ ਸੁਤੰਤਰਤਾ ਹੈਗੀ ਹੈ, ਉਹਦਾ ਇਹ ਆਪਣਾ ਫੈਸਲਾ ਹੈ। ਸਮਾਜ ਦੇ ਵਿੱਚ ਕੁਝ ਐਸੀਆਂ ਸ਼ਖਸੀਅਤਾਂ ਹੁੰਦੀਆਂ ਜਿਹੜੀਆਂ ਐਡਵਾਈਸ ਕਰਦੀਆਂ, ਉਹਨਾਂ ਵਿੱਚੋਂ ਬਾਪੂ ਆਸ਼ਾ ਰਾਮ ਵੀ ਜੇ ਐਡਵਾਈਸ ਕਰਦੇ ਆ ਤੇ ਸਮਾਜ ਨੂੰ ਸਮਝਣਾ ਚਾਹੀਦਾ। ਉਹ ਵੱਖਰੀ ਗੱਲ ਹੈ ਕਿ ਐਡਵਾਈਸ ਘੱਟੋ ਘੱਟ ਆਪਣੇ ਤੇ ਤਾਂ ਲਾਗੂ ਕਰ ਲੈਂਦੇ ਜੇ ਮਾਮਲੇ 'ਚ ਫਸਦੇ ਹੀ। ਬਾਰ-ਬਾਰ ਮੈਂ ਤੁਹਾਨੂੰ ਕਹਿੰਦਾ ਪੁੱਛਾ ਕੇਸ ਹੈ। ਇੱਕ ਮਿੰਟ ਧੀਮਾਨ ਸਾਹਿਬ ਇੱਕ ਗੱਲ ਮੈਂ ਛੋਟੀ ਜਿਹੀ ਹੋਰ ਤੁਹਾਡੇ ਤੋਂ ਵੀ ਜਾਣਨਾ ਚਾਹੁੰਦਾ ਕਿ ਜਦੋਂ ਅਜਿਹੇ ਫੈਸਲੇ ਆਉਂਦੇ ਨੇ, ਜਿਵੇਂ ਤੁਸੀਂ ਕਿਹਾ ਕਿ ਡੇਰਾ ਸਿਰਸਾ ਦਾ ਜਿਹੜਾ ਫੈਸਲਾ ਹੋਇਆ ਸੀ ਉਸ ਤੋਂ ਬਾਅਦ ਪ੍ਰਭਾਵਿਤ ਹੋਈ ਹੈ, ਉਹਨਾਂ ਦੇ ਜਿਹੜੇ ਫਾਲੋਅਰਸ ਪ੍ਰਭਾਵਿਤ ਹੋਏ ਨੇ,
ਪਰ 60% ਹਜੇ ਵੀ ਪ੍ਰਭਾਵਿਤ ਕਿਉਂ ਨਹੀਂ ਹੋਏ ਜਿਵੇਂ ਵਿਜੇ ਭਾਰਦਵਾਜ ਜੀ ਨੇ? ਦੇਖੋ ਜੀ ਭਾਰਦਵਾਜ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਨਾ, ਉਹ ਆਸਥਾ ਦੀ ਗੱਲ ਨਹੀਂ, ਇਹ ਤਾਂ ਉਹਨਾਂ ਦੇ ਮੇਨ ਮੁਖੀ ਨੇ। ਚਲੋ ਇੱਕ ਮਿੰਟ ਕਰਦਾ, ਇੱਕ ਮਿੰਟ। ਇਹਨਾਂ ਨੇ ਕਿਹਾ ਜੀ ਮੇਰੀ ਆਸਥਾ ਹੈ, ਹਰ ਇੱਕ ਬੰਦਾ ਆਪਣੇ ਹਰ ਇੱਕ ਬੰਦੇ ਦੀ ਆਸਥਾ ਹੈ, ਕਿਸੇ ਸੰਗਠਨ ਦੇ ਇਹਨਾਂ ਨੇ ਕਿਹਾ ਆਸਥਾ ਹੈ। ਆਸਥਾ ਕੋਈ ਬੰਦਾ ਕਿਤੇ ਵੀ ਰੱਖ ਸਕਦਾ ਹੈ, ਕਿਤੇ ਵੀ। ਪ੍ਰੋਫੈਸਰ ਸਾਹਿਬ ਨੇ ਕਿਹਾ ਕੋਈ ਮੰਦਿਰ ਜਾ ਕੇ ਆਪਣੀ ਆਸਥਾ ਰੱਖਦਾ, ਕੋਈ ਪੱਥਰ ਨੂੰ ਵੀ ਭਗਵਾਨ ਮੰਨਦਾ, ਕੋਈ ਪੱਥਰ ਨੂੰ ਪੱਥਰ ਹੀ ਮੰਨਦਾ, ਉਹ ਆਸਥਾ ਦੀ ਗੱਲ ਹੈ। ਪਰ ਆਪਾਂ ਸਪੈਸੀਫਿਕ ਗੱਲ ਤੇ ਰਹੀਏ, ਇਹ ਕੇਸ ਟ੍ਰਾਇਲ ਹੋਇਆ, ਜੱਜ ਨੇ ਫੈਸਲਾ ਦਿੱਤਾ ਹੈ, ਭਾਰਤ ਦੇ ਕਾਨੂੰਨ ਸੰਵਿਧਾਨ ਦੇ ਮੁਤਾਬਿਕ ਦਿੱਤਾ ਹੈ, ਉਹ ਅੱਜ ਦੋਸ਼ੀ ਹੈ, ਉਮਰ ਕੈਦ ਦੀ ਸਜ਼ਾ ਹੋਈ ਹੈ। ਜੇ ਕੋਈ ਕਿੰਤੂ ਪਰੰਤੂ ਹਾਈ ਕੋਰਟ ਚਲੇ ਜਾਓ, ਉਹ ਨਹੀਂ ਹੋ ਜਾਣਗੇ। ਉਹਨਾਂ ਦੇ ਵਕੀਲ ਨੇ ਕਿਹਾ, ਅਸਾਂ ਦੇ ਵਕੀਲ ਨੇ ਕਿਹਾ ਕਿ ਆਪਾਂ ਸਾਨੂੰ ਅੱਜ ਜਜਮੈਂਟ ਮਿਲ ਗਿਆ, ਆਪਾਂ ਅਪੀਲ ਜਾਵਾਂਗੇ। ਅਪੀਲ ਜਾਣ ਦਾ ਸਾਰਿਆਂ ਨੂੰ ਹੱਕ ਹੈ। ਜੇ ਤੁਸੀਂ ਹੋਰ ਮਾੜਾ ਜਿਹਾ ਕੋਈ, ਵੈਸੇ ਤਾਂ ਪੋਲੀਟੀਕਲ ਕੇਸ ਨਹੀਂ ਹੈ, ਦੂਜਾ ਕੇਸ ਹੈ, ਇੱਕ ਮਰਡਰ ਹੋਇਆ ਸੀਗਾ ਦਿੱਲੀ, ਸੈਸ਼ਨ ਕੋਰਟ ਨੇ ਉਹਨੂੰ ਮਰਡਰ 'ਚ ਸਾਫ਼ ਕਰਤਾ, ਮਤਲਬ ਸਜ਼ਾ ਦਿੱਤੀ, ਹਾਈ ਕੋਰਟ ਨੂੰ ਸਾਫ਼ ਕਰਤਾ। ਮੀਡੀਆ ਟ੍ਰਾਇਲ ਹੋਇਆ, ਸੁਪਰੀਮ ਕੋਰਟ ਨੂੰ ਸਜ਼ਾ ਦਿੱਤੀ, ਉਹ ਹੁਣ ਬਾਹਰ ਆਉਣ ਵਾਲਾ ਵੈਸੇ ਜੇਲ੍ਹ ਤੋਂ, ਉਮਰ ਕੈਦ ਦੇ 15 ਸਾਲ ਕੱਟ ਕੇ। ਦੇਖੋ ਤਾਂ ਪ੍ਰਭਾਵਿਤ ਹੁੰਦੀਆਂ ਹੈ। ਨਹੀਂ ਪ੍ਰਭਾਵਿਤ ਨਹੀਂ ਹੁੰਦੀਆਂ। ਉਹ ਜੱਜ ਨਾ, ਦੇਖੋ ਤਾਣੀ ਸਾਹਿਬ ਜ਼ਿਆਦਾ ਦੱਸ ਸਕਣਗੇ, ਜੱਜ ਦੇ ਸਾਹਮਣੇ ਜਿਹੜੇ ਸਬੂਤ ਆਉਂਦੇ ਹੈ, ਜਿਹੜੇ ਗਵਾਹ ਭੁਗਤਦੇ ਹੈ, ਜਿਹੜਾ ਵਿਕਟਿਮ ਇੰਪੋਰਟੈਂਟ ਹੈ। ਇਸ ਕੇਸ 'ਚ ਵੀ, ਰਾਮ ਰਹੀਮ ਦੇ ਕੇਸ ਵੀ, ਇਸ ਕੇਸ ਦੇ ਵਿੱਚ ਮੈਂ ਕਹਿੰਦਾ ਸੁਪਰੀਮ ਕੋਰਟ ਦੀ ਬਜਾਏ ਯੂਐਨਓ ਚੱਲ ਜਾਣ, ਉੱਥੋਂ ਨਹੀਂ ਬਚਣਗੇ। ਭਾਰਦਾ ਸਾਹਿਬ ਉਹ ਚਲ ਆਪਾਂ ਉਹ ਠੀਕ ਹੈ, ਮਰਜ਼ੀ ਚੱਲ ਜਾਣਾ। ਮੈਂ ਕਹਿੰਦਾ ਸਾਡੀ ਗੱਲ ਹੋਏਗੀ ਕਾਨੂੰਨ ਨੂੰ ਬਦਲਣ ਦੀ। ਕਾਨੂੰਨ ਜਿਹੜਾ ਹੈ, ਕਾਨੂੰਨ ਦੇਖਣਾ ਅਦਾਲਤ ਨੇ, ਕਾਨੂੰਨ ਆਪਾਂ ਨਹੀਂ ਦੇਖਣਾ, ਕਾਨੂੰਨ ਅਦਾਲਤ ਨੇ ਦੇਖਣਾ। ਜਿਹੜੇ ਜੱਜ ਬਣਦੇ ਨੇ ਉਹ ਕਮਿਸ਼ਨ ਇਲਜ਼ਾਮ ਦੇ ਕੇ ਬਣਦੇ ਨੇ, ਔਰ ਕਾਨੂੰਨ ਇਹ ਜੱਜਾਂ ਨੇ ਦੇਖਣਾ। ਆਹੋ ਵੱਡੀ ਗੱਲ ਇਹ ਹੈ, ਕਾਨੂੰਨ ਆਸਾਰਾਮ ਲਈ ਹੋਰ ਤੇ ਹੋਰਾਂ ਲਈ ਹੋਰ ਬਰਾਬਰ ਹੈ, ਸਾਰਿਆਂ ਲਈ ਬਰਾਬਰ ਹੈ। ਤੇ ਜੱਜ ਨੇ ਫੈਸਲਾ ਦਿੱਤਾ। ਮੇਰੀ ਬਹੁਤ ਨਿੱਕੀ ਜੀ ਗੱਲ ਬੇਨਤੀ ਹੈ, ਇਹ ਗੱਲ ਕੋਈ ਦੋ ਰਾਏ ਨਹੀਂ ਹੈ ਕਿ ਕਚਹਿਰੀਆਂ, ਕੋਰਟ ਕਚਹਿਰੀਆਂ ਦੇ ਅੰਦਰ ਵੀ, ਸਾਡੀ ਜੂਰਿਸਪ੍ਰੂਡੈਂਸ ਦੇ ਅੰਦਰ ਵੀ ਸੰਕਟ ਚੱਲਿਆ ਬੜਾ ਭਾਰਾ। ਤੁਹਾਨੂੰ ਪਤਾ ਹੀ ਹੈ, ਜੋ CJI ਦੀ ਇੰਪੀਚਮੈਂਟ ਜੇ ਉਹ, ਔਰ ਇਹਦਾ ਪ੍ਰਭਾਵ ਤੇ ਲੈਣਾ। ਚਲਮੇਸ਼ਵਰ ਕਿੰਨੀ ਵਾਰੀ ਕਹਿ ਗਿਆ ਕਿ ਸਾਡੇ 'ਚ ਇੰਟਰਫੀਰੈਂਸ ਹੈਗੀ ਆ, ਉਹ ਸੀਨੀਅਰ ਜੱਜ ਆ, ਉਹਨੇ ਕਿਹਾ ਹਾਂ ਬਿਲਕੁਲ ਜੇ ਸ਼ੜਯੰਤਰ ਦੇ ਰੂਪ 'ਚ ਗੱਲ ਕਰੇਗਾ, ਨਹੀਂ ਜਿਹੜਾ ਉਹਨੂੰ ਹੱਕ ਹੀ ਨਹੀਂ ਹੈ ਇਹ ਗੱਲ ਕਰਨ ਦਾ। ਅਸੀਂ ਹੁਣ ਜਦ ਤੁਹਾਡੇ ਹੱਕ 'ਚ ਬੋਲਦੇ ਉਦੋਂ ਵੀ ਨਹੀਂ ਸਾਨੂੰ ਬੋਲਣ ਦਿੰਦੇ, ਜਦੋਂ ਤੁਹਾਡੇ ਹੱਕ 'ਚ ਬੋਲਦੇ ਉਦੋਂ ਵੀ ਨਹੀਂ ਬੋਲਣ ਦਿੰਦੇ। ਮੇਰਾ ਹੱਕ ਵਾਲੀ ਗੱਲ ਨਹੀਂ ਹੈ, ਮੇਰਾ ਇੰਨਾ ਹੀ ਕਹਿਣਾ ਹੈਗਾ, ਮੇਰਾ ਇੰਨਾ ਹੀ ਕਹਿਣਾ, ਇਹ ਕੁਝ ਹੋਇਆ ਔਰ BJP ਵੱਲੋਂ ਸਭ ਤੋਂ ਵੱਧ ਕੀਤਾ ਗਿਆ। ਇਹ ਪਹਿਲਾਂ ਇੰਨਾ ਨਹੀਂ ਸੀਗਾ ਜਿੰਨਾ ਹੁਣ ਹੋਇਆ, ਪਹਿਲਾਂ ਵੀ ਹੋਊਗਾ। ਇਹ ਇੱਕ ਬੜੀ ਮੰਦਭਾਗੀ ਗੱਲ ਆ। ਇੱਕੋ ਇੱਕ ਅਦਾਰਾ ਬਚਿਆ ਸੀ ਜਿੱਥੇ ਲੋਕ ਇਨਸਾਫ ਦੀ ਉਮੀਦ ਕਰਦੇ ਸੀਗੇ, ਤੇ ਇਸ ਕਰਕੇ ਖਤਰੇ ਦੀ ਗਿਣਤੀ। ਪਰ ਨਾਲ ਹੀ ਮੈਂ ਇੱਕ ਦੂਜੀ ਗੱਲ, ਜਿਹੜਾ ਇੱਥੇ ਇਹਨਾਂ ਦਾ ਜ਼ਿਆਦਾ ਕੰਸਰਨ ਆ ਨਾ, ਇਹਨਾਂ ਦਾ ਕੰਸਰਨ ਸਚਾਈ, ਰੇਪ, ਉਹ ਵਿਕਟਿਮ ਨਹੀਂ ਹੈ ਭਾਰਦਵਾਜ ਜੀ ਦਾ। ਉਹਨਾਂ ਦਾ ਤਾਂ ਇਹ ਹੈ ਕਿ ਬਾਬਾ ਬਹੁਤ ਤਕੜਾ। ਯਾਰ ਗੱਲ ਸੁਣ ਲਓ, ਬਾਬਾ ਬਹੁਤ ਤਕੜਾ, ਕਿਉਂਕਿ ਕ੍ਰਿਸਚੀਅਨ ਕਨਵਰਸ਼ਨ ਨੂੰ ਜਗ੍ਹਾ ਜਗ੍ਹਾ ਰੋਕ ਰਿਹਾ ਸੀ। ਇਹ ਸਾਡਾ ਏਜੰਡਾ ਨਹੀਂ ਹੈ। ਜੇ ਹਿੰਦੂ ਮਰੇ, ਤੁਸੀਂ ਕਦੀ ਨਜ਼ਰ ਨਹੀਂ ਆਉਂਦੇ ਭਾਈ, ਜੇ ਕੋਈ ਵੀ ਧਰਮ ਆ, ਭਾਵੇਂ ਉਹ ਸਿੱਖ, ਯਾਰ ਗੱਲ ਤੇ ਸੁਣ ਲਓ, ਭਾਵੇਂ ਕੋਈ ਸਿੱਖ ਧਰਮ ਆ, ਭਾਵੇਂ ਉਹ ਈਸਾਈ ਧਰਮ ਆ, ਭਾਵੇਂ ਇਸਲਾਮ ਆ, ਜੇ ਉਹ ਗਰੀਬਾਂ ਦੀ ਨਹੀਂ ਸੁਣਦੇ ਔਰ ਉਹਨਾਂ ਨੂੰ ਦਰਕਾਰਦੇ ਆ, ਉਹ ਜਿੱਥੇ ਮਰਜੀ ਜਾਣ, ਕਿਸੇ ਦਾ ਕੋਈ ਅਧਿਕਾਰ ਨਹੀਂ ਹੈ ਕਿ ਕਿਸੇ ਨੂੰ ਰੋਕੇ। ਇਸ ਕਰਕੇ ਇਹ ਸਾਡਾ ਦੇਸ਼ ਦੇ ਵਿੱਚ ਇਹੋ ਹੀ ਫਰੀडम ਹੈ, ਇਹੋ ਬਿਊਟੀ ਆ। ਇਸ ਕਰਕੇ ਬਾਬਾ ਆਸਾਰਾਮ ਇਸ ਕਰਕੇ ਚੰਗਾ, ਕਿਉਂਕਿ ਕ੍ਰਿਸਚੀਅਨ ਕਨਵਰਸ਼ਨ ਨੂੰ ਰੋਕਦਾ, ਇਹ ਕੋਈ ਕ੍ਰਾਈਟੇਰੀਆ ਨਹੀਂ ਹੈ। ਧਰਮ ਪਰਿਵਰਤਨ ਦਾ ਗੱਲ ਨਹੀਂ ਸੀਗਾ, ਇਹ ਤਾਂ ਰੇਪ ਦਾ ਸੀਗਾ, ਜਿਹੜਾ ਬਿਲਕੁਲ ਰੇਪ ਬਣਾਇਆ ਗਿਆ, ਧਰਮ ਪਰਿਵਰਤਨ ਦਾ ਕੇਸ ਯੌਨ ਸ਼ੋਸ਼ਣ ਦਾ ਕੇਸ। ਹਾਂ, ਯੌਨ ਸ਼ੋਸ਼ਣ ਦਾ ਕੇਸ ਹੈ, ਉਹ ਸ਼ੋਸ਼ਣ ਤੋਂ ਬਣਾਤਾ ਭਾਰਤਵਾਜ ਸਾਹਿਬ ਬਦਨਾਮ ਕਰਨ ਵਾਸਤੇ। ਭਾਰਤਵਾਜ ਸਾਹਿਬ ਇੱਕ ਮਿੰਟ ਦੇਖੋ, ਜਿਹੜੀ ਇਹ ਅਦਾਲਤ ਹੈ, ਇਹ ਸਭ ਤੋਂ ਛੋਟੇ ਵਾਲੀ ਅਦਾਲਤ ਹੈ। ਇਹ ਤੋਂ ਬਾਅਦ ਇਸ ਦੀ ਅਪੀਲ ਹੈ ਜਿਹੜੀ, ਉਹ ਹਾਈ ਕੋਰਟ ਦੇ ਵਿੱਚ ਜਾਣੀ ਹੈ, ਉਹ ਤੋਂ ਬਾਅਦ ਸੁਪਰੀਮ ਕੋਰਟ ਤੱਕ ਜਾਣੀ ਹੈ। ਕੋਈ ਐਸਾ ਜੱਜ ਨਹੀਂ ਹੈਗਾ ਕਿ ਉਹ ਇੰਨਾ ਲੂਜ਼ ਫੈਸਲਾ ਕਰ ਦੂਗਾ ਕਿ ਜਿਹਦੇ ਤੇ ਉਹਨੂੰ ਫਟਕਾਰਾਂ ਪੈਣਗੀਆਂ। ਇਸ ਕਰਕੇ ਦੇਖੋ, ਇਹ ਜਿਹੜਾ ਫੈਸਲਾ ਉਹਨਾਂ ਨੇ ਅੱਜ ਕੀਤਾ, ਇੰਨਾ ਹਾਰਡ ਫੈਸਲਾ, ਜੇ ਇੰਨੀ ਐਵੀਡੈਂਸ ਉਸ ਬਾਬੂ ਆਸਾਰਾਮ ਦੇ ਖਿਲਾਫ ਨਾ ਹੋਵੇ ਤਾਂ ਇੰਨਾ ਹਾਰਡ ਫੈਸਲਾ ਨਹੀਂ ਕਰ ਸਕਦੇ। ਭਾਈ ਸਾਹਿਬ, ਹਾਰਡ ਫੈਸਲਾ ਹਾਰਡ ਹੈ, ਹਾਰਡ ਫੈਸਲਾ ਹੀ ਮਿਲਣਾ ਹੈ। ਕਿਉਂ ਬੋਲਣ ਨਹੀਂ ਦਿੰਦੇ? ਮੈਂ ਤੁਹਾਨੂੰ ਇਹ ਗੱਲ ਕਰਦਾ, ਕਾਨੂੰਨ ਹੀ ਐਸਾ ਹੈ ਕਿ ਹਾਰਡ ਫੈਸਲਾ ਹੀ ਮਿਲਣਾ ਹੈ। ਉਹਦੇ ਚ ਮਿਨੀਮਮ ਜਿਹੜੀ ਇੰਪ੍ਰਿਜ਼ਨਮੈਂਟ ਆ ਉਹ 10 ਈਅਰ ਹੈ, ਤੇ ਮੈਕਸਿਮਮ ਜਿਹੜੀ ਹੈਗੀ ਹੈ ਲਾਈਫ। ਜਦੋਂ ਮਾਈਨਰ ਜੁੜ ਜਾਵੇ ਤਾਂ ਦੇਖੋ, ਇਸ ਕੇਸ ਦੇ ਵਿੱਚ ਜਿਹੜੀ ਉਹਨੂੰ ਸੈਂਟੈਂਸ ਕੀਤੀ ਗਈ ਆ, ਉਹ ਟਿਲ ਡੈਥ ਕੀਤੀ ਗਈ ਆ।
ਸੋ ਇਸ ਕਰਕੇ ਇਸ ਫੈਸਲੇ ਨੇ ਹਾਈ ਕੋਰਟ ਜਾਣਾ, ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਜਾਣਾ, ਉੱਥੇ ਕਿਸ ਤਰ੍ਹਾਂ ਦੇ ਜੱਜਾਂ ਦੇ ਸਾਹਮਣੇ ਲੱਗਣਾ ਹੈ। ਇਸ ਕਰਕੇ ਇਹ ਆਮ ਜੱਜ ਦਾ ਆਮ ਫੈਸਲਾ ਨਹੀਂ ਹੈਗਾ, ਬਹੁਤ ਖਾਸ ਫੈਸਲਾ ਔਰ ਬਹੁਤ ਇੱਕ ਪਹਿਲੂ ਨੂੰ ਪੜ੍ਹ ਕੇ ਇੱਕ ਜੱਜਮੈਂਟ ਨੂੰ ਪੜ੍ਹ ਕੇ ਇਹ ਫੈਸਲਾ ਦਿੱਤਾ ਗਿਆ। ਇਸ ਕਰਕੇ ਭਾਰਦਵਾਜ ਸਾਹਿਬ ਇਹਨੂੰ ਸੇਵ ਨਾ ਕਰੋ, ਤੁਸੀਂ ਕਾਨੂੰਨ ਲਗਾਓ। ਦੇਖੋ ਜਿਹਨੇ ਗਲਤ ਕੀਤਾ, ਜਿਹੜਾ ਗਲਤੀ ਹੈਗਾ, ਜੇ ਭਾਰਦਵਾਜ ਸਾਹਿਬ ਹੋਣਾ ਚਾਹੀਦਾ। ਸੁਪਰੀਮ ਕੋਰਟ ਜਾ ਕੇ ਵੀ ਫੈਸਲਾ ਇਸੇ ਤਰ੍ਹਾਂ ਅਟਲ ਰਿਹਾ, ਫਿਰ ਕਿਸ ਨੂੰ ਦੋਸ਼? ਮੈਂ ਤੁਹਾਨੂੰ ਕਹਿੰਦਾ ਯੂਐਨਓ ਤੱਕ ਚੱਲ ਜਾਓ, ਇਦਾਂ ਹੀ ਅਟਲ ਰਹੇਗਾ, ਕਿਉਂਕਿ ਕਾਨੂੰਨ ਹੀ ਇਹੀ ਕਹਿੰਦਾ, ਇਹਦੀ ਸਜ਼ਾ ਹੀ ਇਹ ਹੈ। ਮੈਂ ਤੁਹਾਨੂੰ ਬਾਰ-ਬਾਰ ਇਹ ਗੱਲ ਕਹਿ ਰਿਹਾ, ਤੁਸੀਂ ਮੈਸੇਜ ਕਨਵੇ ਕਰ ਰਹੇ ਹੋ ਦੇਸ਼ ਦੀ ਜਨਤਾ ਨੂੰ ਕਿ ਕਾਨੂੰਨ ਤੋਂ ਭਰੋਸਾ ਚੁੱਕ ਲਓ, ਬਿਲਕੁਲ ਚੁੱਕੋ, ਕਾਨੂੰਨ ਨੂੰ ਬਦਲੋ, ਵੀ ਅਦਾਲਤ ਦੇ ਫੈਸਲਾ ਗਲਤ ਕਾਨੂੰਨ ਦੇ ਬਾਰੇ ਆਵਾਜ਼ ਉਠਾਓ ਵੀ ਇਹ ਛੜਯੰਤਰਕਾਰੀ ਕਾਨੂੰਨ ਹੈ, ਕਿਸੇ ਤੇ ਵੀ ਲਾਗੂ ਕੀਤਾ ਜਾ ਸਕਦਾ। ਕੱਲ ਨੂੰ ਮੈਂ ਕਹਿੰਦਾ ਮੋਦੀ ਜੀ ਤੇ ਵੀ ਗੱਲ ਹੋ ਸਕਦੀ ਹੈ, ਫਿਰ ਵੀ ਆ ਸਕਦੀ ਗੱਲ ਇਹ ਵਾਲੀ, ਫਿਰ ਤੇ ਉੱਤਰਾਧਿਕਾਰੀ ਲੱਭੋ ਆਰਾਮ ਦਾ ਇੱਕ ਵਾਰ ਥੋੜੀ ਹੋਰ ਛੜਯੰਤਰ ਹੁੰਦੇ ਪਏ ਇੱਥੇ ਨਿਰਭਇਆ ਤੋਂ ਬਾਅਦ ਜਿਹੜੇ ਇਹ ਸਖਤ ਕਾਨੂੰਨ ਬਣਾਇਆ ਸੀਗਾ, ਹੁਣ ਤੋਂ ਪਰਸੋਂ ਚੌਥੇ ਹੋਰ ਸਖਤ ਕਾਨੂੰਨ ਬਣਾਤਾ। 12 ਸਾਲ ਤੱਕ ਦੀ ਕੁੜੀ ਦੇ ਨਾਲ ਕੋਈ ਕਰਦਾ ਹੈ ਤਾਂ ਉਹਨੂੰ ਫਾਂਸੀ ਦੀ ਸਜ਼ਾ ਹੋਣਗੀ। ਪਰ ਇਹ ਕਾਨੂੰਨ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੈ ਕਿਸੇ ਦੀ ਵੀ। ਇਹ ਜਿਹੜਾ ਨਾ ਉਹ ਗਾਹਾਂ ਜ਼ਿਆਦਾ ਸਖਤ ਕੀਤਾ ਹੈ, ਪਹਿਲਾਂ ਉਮਰ ਕੈਦ ਸੀਗੀ, ਫਾਂਸੀ ਨਹੀਂ ਸੀ। ਸਮਝ ਗਿਆ। ਅਸੀਂ ਜਦੋਂ ਮੈਂ ਇੱਕ ਗੱਲ ਦਾ ਜਵਾਬ ਸਾਰਿਆਂ ਤੋਂ ਜਾਣਨਾ ਚਾਹੁੰਦਾ, ਜਦੋਂ ਸਾਰਾ ਸਮਾਜ ਨਿਰਭਇਆ ਦਾ ਕਾਂਡ ਹੋਇਆ ਸੀ ਤੇ ਸਾਰੇ ਸੜਕਾਂ ਤੇ ਉਤਰੇ ਸੀ ਕਿ ਇਹ ਕਾਨੂੰਨ ਸਖਤ ਬਣਨਾ ਚਾਹੀਦਾ, ਕਾਨੂੰਨ ਸਖਤ ਬਣਨਾ ਚਾਹੀਦਾ। ਭਾਰਦਵਾਜ ਸਾਹਿਬ ਤੁਸੀਂ ਵੀ ਉਹਦੇ ਵਿੱਚ ਸ਼ਾਮਲ ਸੀਗੇ ਕਿ ਕਾਨੂੰਨ ਸਖਤ ਹੋਣਾ ਚਾਹੀਦਾ। ਅੱਜ ਜਦੋਂ ਕਾਨੂੰਨ ਸਖਤ ਬਣ ਗਿਆ, ਇੱਕ ਬਾਬਾ ਭੇਂਟ ਚੜ ਗਿਆ ਉਸ ਕਾਨੂੰਨ ਦੀ, ਤਾਂ ਫਿਰ ਕਾਨੂੰਨ ਸਖਤ ਦੀ ਜਗ੍ਹਾ ਉਹਨੂੰ ਕਹੀਏ ਕਿ ਹੁਣ ਕਾਨੂੰਨ ਸਖਤ ਕਰ ਦਿਓ। ਸਿਰਫ ਇਹਦੀ ਵਿਰੋਧ ਹੈ, ਛੜਯੰਤਰਕਾਰੀ ਕਾਨੂੰਨ ਹੈ, ਇਹਦਾ ਕੋਈ ਤੋੜ ਨਹੀਂ ਹੈ, ਕਿਸੇ ਦੇ ਲਗਾ ਕੇ ਬਦਨਾਮ ਕਰਕੇ ਉਹਨੂੰ ਅੰਦਰ ਕੀਤਾ ਜਾ ਸਕਦਾ, ਇਹਦਾ ਕੋਈ ਤੋੜ ਨਹੀਂ ਹੈ। ਮੈਂ ਕਹਿੰਦਾ ਵੱਡੇ ਤੋਂ ਵੱਡਾ ਵਰਲਡ ਦਾ ਕੋਈ ਵੀ ਵਕੀਲ ਇਹਦਾ ਤੋੜ ਨਹੀਂ ਕਰ ਸਕਦਾ। ਮੈਂ ਗੱਲ ਕਹਿ ਦਿੰਦਾ ਭਾਰਦਵਾਜ ਸਾਹਿਬ, ਗੱਲ ਇਹ ਹੈ ਕਿ ਜਦੋਂ ਇੱਕ ਕੁੜੀ ਦੀ ਇੱਜ਼ਤ ਤੇ ਅਸਮਤ ਦਾ ਸਵਾਲ ਜੁੜਾ ਹੋਵੇ, ਉਹਦੇ ਚ ਕਾਨੂੰਨ ਸਖਤ ਹੀ ਹੋਣੇ ਚਾਹੀਦੇ। ਹਾਂਜੀ ਪੀਰ ਮੁਹੰਮਦ ਸਾਹਿਬ, ਛੜਯੰਤਰ ਵਾਸਤੇ ਕਾਨੂੰਨ ਲਾਗੂ ਹੋਣੇ ਚਾਹੀਦੇ। ਤੁਸੀਂ ਬਹੁਤ ਬੋਲ ਲਿਆ, ਕਿਤੇ ਸਾਨੂੰ ਇੱਕ ਮੌਕਾ ਦੇ ਦਿਓ ਗੱਲ ਕਰਨ ਦਾ, ਵਿੱਚ ਨਾ ਬੋਲਿਓ। ਵੇਖੋ ਜਿਹੜੀ ਵਿਸ਼ਵ ਹਿੰਦੂ ਪਰਿਸ਼ਦ ਹੈ, ਜਿਸ ਦੇ ਚਲੋ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ, ਇੱਕ ਐਗਜ਼ਾਮਪਲ ਦੇਣਾ ਚਾਹੁੰਦਾ। ਮਸਲੇ ਨੂੰ ਇਦਾਂ ਦੀ ਰੰਗਤ ਨਾ ਦਿਓ ਕਿ ਦੋ ਚਾਰ ਗੱਲਾਂ ਤੁਸੀਂ ਬੋਲੋ, ਕਿਰਪਾ ਕਰਕੇ ਇਸ ਕੇਸ ਨਾਲ ਜੁੜੀ ਹੋਈ ਗੱਲ ਚਾਹੁੰਦਾ। ਹਰਪ੍ਰੀਤ ਜੀ ਸੁਣ ਲਓ, ਇੱਕ ਮੁੰਡੇ ਕੁੜੀਆਂ ਦਾ ਹੀ ਦਿਨ ਹੈ ਵੈਲੈਂਟਾਈਨ ਡੇ, ਠੀਕ ਹੈ, ਇਹ ਕਾਨੂੰਨ ਦੀ ਗੱਲ ਕਰ ਰਹੇ। ਇਹਨਾਂ ਕੋਲ ਕਿਹੜਾ ਹੱਕ ਹੈਗਾ ਕਾਨੂੰਨ ਦਾ ਕਿ ਉਸ ਦਿਨ ਜਿੰਨੀ ਗੁੰਡਾਗਰਦੀ ਇਹਨਾਂ ਵੱਲੋਂ ਕੀਤੀ ਜਾਂਦੀ ਹੈ, ਕੋਈ ਕਿਸੇ ਗਾਰਡਨ ਦੇ ਵਿੱਚ ਹੋਵੇ, ਕਿਸੇ ਜਗ੍ਹਾ ਦੇ ਵਿੱਚ ਹੋਵੇ, ਤੁਸੀਂ ਦੇਖੋ ਤਾਂ ਤੁਹਾਡੀ ਜ਼ਿੰਮੇਵਾਰੀ ਹੈ। ਉਹ ਪੁਲਿਸ ਸਿਸਟਮ ਲੇਕਿਨ ਤੁਸੀਂ ਜੋ ਕੁਝ ਉੱਥੇ ਕਰਦੇ ਹੋ, ਉਹ ਤੁਸੀਂ ਅੱਜ ਉਹ ਕਾਨੂੰਨ ਕਿਹੜਾ ਤੁਹਾਡੇ ਕੋਲ, ਡਿਊਟੀ ਦੇ ਹਿਸਾਬ ਨਾਲ ਕਿਹੜਾ ਕਾਨੂੰਨ ਹੈ ਤੁਹਾਡੇ ਕੋਲ? ਤੁਸੀਂ ਉਸ ਵੇਲੇ ਜੋ ਬੇਇੱਜ਼ਤ ਕਰਦੇ ਨੇ ਕੁੜੀਆਂ ਮੁੰਡਿਆਂ ਨੂੰ, ਚੰਗੇ ਜਿਹੜੇ ਬਾਲਗ ਹੁੰਦੇ ਨੇ, ਪੜ੍ਹੇ ਲਿਖੇ ਹੁੰਦੇ ਨੇ, ਉਹਨਾਂ ਨਾਲ ਤੁਸੀਂ ਜਿਸ ਤਰੀਕੇ ਨਾਲ ਰੱਖੀ ਪਈ ਹੈ ਨਾ, ਉਹ ਜ਼ਿੰਮੇਵਾਰੀ ਸੋਭਾ ਦਿੰਦਾ, ਉਹ ਆਪਣਾ ਉਸ ਲਈ ਪੁਲਿਸ ਆਪਾਂ ਰੱਖੀ ਹੋਈ ਹੈ। ਨਹੀਂ ਦੇਖੋ, ਤੁਹਾਨੂੰ ਇਹੀ ਪਤਾ ਇਹ ਕਾਨੂੰਨ ਇਸੇ ਕਰਕੇ ਤਾਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ। 130 ਕਰੋੜ ਦੀ ਆਬਾਦੀ ਹਿੰਦੁਸਤਾਨ ਦੀ, ਔਰ ਸਾਡੀ ਫੋਰਸਿਸ ਕਿੰਨੀ ਹੈ? 35 ਲੱਖ ਟੋਟਲ ਪੈਰਾਮਿਲਟਰੀ ਫੋਰਸਿਸ ਮਿਲਾ ਕੇ। ਤੁਸੀਂ ਸੋਚੋ ਬਿਹਾਰੀ ਦੇ ਘਰ ਦੇ ਅੱਗੇ ਪੁਲਿਸ ਵਾਲਾ ਬੈਠਾ ਹੋਏਗਾ, ਮੈਂ ਆਪਣੇ ਘਰ ਦੀ ਰੱਖਿਆ ਨਹੀਂ ਕਰਨੀ? ਜੇ ਸਾਨੂੰ ਕਾਨੂੰਨ ਕਹਿੰਦਾ ਵੀ ਤੁਸੀਂ ਆਪਣੀ ਰੱਖਿਆ ਆਪ ਕਰੋ, ਕਰ ਸਕਦੇ ਹੋ। ਉਦੋਂ ਤੁਹਾਡੇ ਕੋਲ ਕਿਹੜਾ ਪਮਾਨਾ ਹੁੰਦਾ? ਤੁਸੀਂ ਆਪੇ ਡਿਸੀਜਨ ਲੈਂਦੇ ਹੋ। ਮੇਰੀ ਫਸਟ ਡਿਫੈਂਸ ਨਹੀਂ, ਆਸਾਰਾਮ ਦੇ ਉੱਪਰ ਇੱਕ ਕੇਸ ਚੱਲਿਆ ਪੂਰਾ, ਉਹਨੂੰ ਤੁਸੀਂ ਮੰਨਣ ਲਈ ਤਿਆਰ ਨਹੀਂ, ਲੇਕਿਨ ਤੁਸੀਂ 2 ਮਿੰਟ ਦੇ ਵਿੱਚ ਤੁਹਾਡੇ ਕੋਲ ਕਿਹੜਾ ਇਹੋ ਥਰਮਾਮੀਟਰ ਹੈ, ਤੁਸੀਂ ਲਾ ਕੇ ਚੈੱਕ ਕਰ ਲੈਂਦੇ ਹੋ ਕਿ ਤੁਸੀਂ ਇਹਨੂੰ ਜੁੱਤੀਆਂ ਮਾਰ ਰਹੀਆਂ ਜਾਂ ਇਹਨੂੰ ਕੁਝ ਕਰਨਾ। ਚਲੋ ਮੇਰੇ ਕੋਲ ਟਾਈਮ ਘੱਟ ਆ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ, ਔਰ ਅਸੀਂ ਉਮੀਦ ਇਹੀ ਕਰਦੇ ਹਾਂ ਕਿ ਨਾਇਨਸਾਫੀ ਕਿਸੇ ਨਾਲ ਨਾ ਹੋਵੇ। ਉਮੀਦ ਤਾਂ ਅਸੀਂ ਇਹੀ ਰੱਖਦੇ ਕਿ ਨਾਇਨਸਾਫੀ ਕਿਸੇ ਨਾਲ ਨਾ ਹੋਵੇ, ਪਰ ਜਦੋਂ ਇਨਸਾਫ ਕਿਸੇ ਨਾਲ ਹੁੰਦਾ ਤਾਂ ਮਨ ਖੁਸ਼ ਬੜਾ ਹੁੰਦਾ ਕਿ ਹਾਂ, ਅਦਾਲਤਾਂ ਅਤੇ ਜੱਜ ਸਾਹਿਬਾਨ ਦੀ ਜ਼ਮੀਰ ਹਾਲੇ ਤੱਕ ਜ਼ਿੰਦਾ ਹੈਗੀ ਹੈ। ਔਰ ਵੱਡੀ ਗੱਲ ਇਹ ਹੈ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਕਾਨੂੰਨ 2 ਤਰ੍ਹਾਂ ਦੇ ਨਹੀਂ ਹੋਣੇ ਚਾਹੀਦੇ, ਇੱਕ ਤਰ੍ਹਾਂ ਦੇ ਹੋਣੇ ਚਾਹੀਦੇ ਨੇ, ਅਜਿਹੇ ਫੈਸਲੇ ਸਾਡੀ ਜਿਹੜੀ ਇਹ ਸੋਚ ਨੂੰ ਹੋਰ ਮਜ਼ਬੂਤ ਜ਼ਰੂਰ ਕਰਦੇ ਨੇ। ਹਾਲਾਂਕਿ ਇਸ ਕੇਸ ਨੇ ਅੱਗੇ ਵੀ ਵਧਣਾ, ਅੱਗੇ ਜਾ ਕੇ ਦੇਖਾਂਗੇ ਇਸ ਪੂਰੇ ਮਾਮਲੇ 'ਚ ਕੀ ਨਿਕਲ ਕੇ ਸਾਹਮਣੇ ਆਉਂਦਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।